ਗਿਆਨਾ। ਆਲਮ ਚੰਦ ਹਾਂਡਾ ਜੋ ਉਚਾਰਾ, ਤਾਲਵਾੜ ਬੋਰੋ ਸੈ ਸਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਛਤਰ ਛਾਇਆ ਹੇਠ ਜੁੜ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾ ਰਹੇ ਹਾਂ। ਅੱਜ ਦੇ ਦਿਨ ਸਨ 1604 ਈਸਵੀ ਨੂੰ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ 5 ਪੈਸੇ ਨਾਰੀਅਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਕੇ ਨਮਸਕਾਰ ਕੀਤੀ। ਗੁਰਦੁਆਰਾ ਕੋਠਾ ਸਾਹਿਬ ਵਾਲੇ ਪਾਵਨ ਸਥਾਨ ਤੇ ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਗੁਰਿਆਈ ਦਾ ਤਿਲਕ ਦਵਾਇਆ। ਜਗਤ ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਵਕਤ ਤਖਤ ਤੇ ਬੈਠੇ, ਗੁਰਤਾ ਗੱਦੀ ਤੇ ਬੈਠੇ, ਗੁਰੂ ਘਰ ਦੀ ਮਰਿਆਦਾ ਅਨੁਸਾਰ ਮਸੰਦ, ਸੇਲੀ ਤੇ ਟੋਪੀ ਸਤਿਗੁਰਾਂ ਕੋਲ ਲੈ ਕੇ ਆਏ। ਜਿਵੇਂ ਪਹਿਲੇ ਗੁਰੂ ਸਾਹਿਬਾਨ ਗੁਰਤਾ ਗੱਦੀ ਤੇ ਬੈਠਦੇ ਸਨ ਤੇ ਸੇਲੀ ਟੋਪੀ ਲੈ ਕੇ ਆਉਂਦੇ ਸੀ। ਸੇਲੀ ਉਹਨਾਂ ਦੀ ਮਾਲਾ ਬਣੀ ਹੁੰਦੀ ਹੈ, ਉਹਨੂੰ ਸੇਲੀ ਕਹਿੰਦੇ। ਸੇਲੀ ਟੋਪੀ ਲੈ ਕੇ ਆਏ। ਸਤਿਗੁਰੂ ਜੀ ਨੇ ਸੇਲੀ ਟੋਪੀ ਹੱਥ ਵਿੱਚ ਪਕੜੀ ਤੇ ਨਮਸਕਾਰ ਕਰਕੇ ਬਚਨ ਕੀਤਾ, ਇਹ ਖਜ਼ਾਨੇ 'ਚ ਰੱਖ ਦਿਓ, ਹੁਣ ਇਹਦੀ ਜ਼ਰੂਰਤ ਨਹੀਂ। ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਸਾਡੇ ਲਈ ਗਾਤਰੇ ਪਾਉਣ ਵਾਸਤੇ ਸ਼੍ਰੀ ਸਾਹਿਬਾਂ ਲੈ ਕੇ ਆਓ, ਕਿਉਂਕਿ ਹੁਣ ਤਲਵਾਰ ਧਾਰਨ ਦਾ ਸਮਾਂ ਹੈ, ਸ਼੍ਰੀ ਸਾਹਿਬ ਧਾਰਨ ਕਰਨ ਦਾ ਸਮਾਂ। ਪੰਜਵੇਂ ਪਾਤਸ਼ਾਹ ਵੀ ਸ਼ਹੀਦੀ ਨੂੰ ਪ੍ਰਾਪਤ ਕਰਨ ਵੇਲੇ ਇਹ ਕਹਿ ਗਏ ਸਨ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣਾ ਕਿ ਹੁਣ ਇੱਕ ਜੰਗ ਯੁੱਧ ਦੀ ਨਵੀਂ ਰੀਤ ਗੁਰੂ ਘਰ ਵਿੱਚ ਚਲਾਉਣ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਸਤੇ ਬਾਬਾ ਬੁੱਢਾ ਸਾਹਿਬ ਜੀ 2 ਤਲਵਾਰਾਂ ਲਿਆਏ। ਸਤਿਗੁਰੂ ਜੀ ਨੇ ਇੱਕ ਤਲਵਾਰ ਸੱਜੇ ਪਾਸੇ, ਇੱਕ ਖੱਬੇ ਪਾਸੇ ਧਾਰਨ ਕਰ ਲਈ। ਪੁੱਛਣ ਵਾਲਿਆਂ ਨੇ ਪੁੱਛਿਆ, ਮਹਾਰਾਜ ਇੱਕ ਤਲਵਾਰ ਗਾਤਰੇ ਧਾਰਨ ਤਾਂ ਸਾਰੇ ਸੂਰਮੇ ਕਰਦੇ ਨੇ, ਆਪ ਜੀ ਨੇ 2 ਤਲਵਾਰਾਂ ਧਾਰਨ ਕੀਤੀਆਂ, ਇਹਦਾ ਕੀ ਕਾਰਨ ਹੈ? ਗੁਰਦੇਵ ਨੇ ਬਚਨ ਕੀਤਾ, ਇੱਕ ਮੀਰੀ ਦੀ ਹੈ, ਇੱਕ ਪੀਰੀ ਦੀ ਹੈ, ਇੱਕ ਨਾਲ ਮੀਰਾਂ ਦੀ ਮੀਰੀ ਹਰਾਂਗੇ, ਇੱਕ ਨਾਲ ਪੀਰਾਂ ਦੀ ਪੀਰੀ ਪੀਰੀ ਦੀ ਰਾਖੀ ਕਰਾਂਗੇ। 2 ਸ਼ਮਸ਼ੀਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਤਖਤ ਤੇ ਬੈਠੇ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਦੀ ਪਾਵਨ ਮਹਿਮਾ ਹੈ, ਉੱਥੇ ਸਾਹਮਣੇ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਜਿੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦਾ ਰਸ ਭਿੰਨੜਾ ਕੀਰਤਨ ਹੁੰਦਾ, ਉੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੇਵ ਨੇ ਢਾਡੀ ਪਰੰਪਰਾ ਨੂੰ ਜਨਮ ਦਿੱਤਾ। ਢਾਡੀ ਵਾਰਾਂ ਗਾਉਣ ਲੱਗੇ, ਯੋਧਿਆਂ ਦੀਆਂ, ਸੂਰਮਿਆਂ ਬਹਾਦਰਾਂ ਦੀਆਂ। ਪਾਤਸ਼ਾਹ ਜੀ ਨੇ ਫੌਜ ਭਰਤੀ ਕਰਨੀ ਸ਼ੁਰੂ ਕੀਤੀ। ਵਧੀਆ ਵਧੀਆ ਹਥਿਆਰ ਖਰੀਦਣੇ, ਘੋੜੇ ਰੱਖਣੇ, ਘੋੜੇ ਖਰੀਦਣੇ, ਫੌਜ ਤਿਆਰ ਕਰ ਲਈ, ਉਹਨਾਂ ਨੂੰ ਕਵਾਇਦ ਕਰਾਉਣੀ, ਸ਼ਿਕਾਰ ਖੇਡਣ ਜਾਣਾ। ਸਤਿਗੁਰਾਂ ਨੂੰ ਸ਼ਿਕਾਰ ਖੇਡਦਿਆਂ ਵੇਖ ਕੇ
ਕਈਆਂ ਨੇ ਆਲੋਚਨਾ ਵੀ ਕੀਤੀ ਕਿ ਗੁਰੂ ਜੀ ਕੀ ਕਰ ਰਹੇ ਨੇ, ਪਹਿਲੇ ਗੁਰੂ ਸਾਹਿਬਾਨ ਤਾਂ ਕਦੇ ਏਦਾਂ ਨਹੀਂ ਸੀ ਕਰਦੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ ਕਿ ਲੋਕਾਂ ਨੇ ਗੱਲਾਂ ਕੀਤੀਆਂ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਖਿਡਾਇਆ। ਪਹਿਲੇ ਗੁਰੂ ਸ਼ਾਂਤੀ ਤੇ ਭਗਤੀ ਦਾ ਉਪਦੇਸ਼ ਦਿੰਦੇ, ਮੰਜੀ ਤੇ ਬਹਿ ਕੇ ਉਪਦੇਸ਼ ਦਿੰਦੇ, ਇਹਨਾਂ ਨੇ ਕੁੱਤੇ ਰੱਖ ਲਏ, ਸ਼ਿਕਾਰ ਖੇਡਣ ਚੜ ਗਏ। ਪਹਿਲੇ ਗੁਰੂ ਸਾਹਿਬਾਨਾਂ ਦੇ ਘਰ ਬਾਦਸ਼ਾਹ ਚੱਲ ਕੇ ਆਉਂਦੇ ਸੀ, ਆਪ ਬਾਦਸ਼ਾਹਾਂ ਕੋਲ ਚੱਲ ਕੇ ਜਾਂਦੇ ਨੇ। ਤੋ ਇਸ ਪ੍ਰਕਾਰ ਨਾਲ ਬਹੁਤ ਸਾਰੇ ਲੋਕਾਂ ਨੇ ਉਸ ਵੇਲੇ ਗੱਲਾਂ ਵੀ ਕੀਤੀਆਂ ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਗੁਰੂ ਸਾਹਿਬ ਕੀ ਕਰ ਰਹੇ ਨੇ। ਪਰ ਗੁਰੂ ਕੀ ਗਤ ਗੁਰੂ ਜਾਣਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 4 ਜੰਗਾਂ ਲੜੀਆਂ। ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੰਗ ਲੜਿਆ, ਸ੍ਰੀ ਹਰਗੋਬਿੰਦਪੁਰੇ ਦਾ ਜੰਗ ਲੜਿਆ, ਮਹਾਰਾਜ ਦਾ ਜੰਗ ਲੜਿਆ ਔਰ ਅਖੀਰਲਾ ਜੰਗ ਲੜਿਆ ਸ੍ਰੀ ਕਰਤਾਰਪੁਰ ਸਾਹਿਬ ਦਾ। 4 ਜੰਗ ਲੜ ਕੇ 4ਾਂ ਵਿੱਚ ਮਹਾਰਾਜ 6ਵੇਂ ਪਾਤਸ਼ਾਹ ਨੇ ਜਿੱਤ ਪ੍ਰਾਪਤ ਕੀਤੀ ਔਰ ਆਖਰਕਾਰ ਆਪਣੇ ਜੀਵਨ ਦੇ ਅਖੀਰਲੇ ਦਹਾਕੇ ਨੂੰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਤੀਤ ਕੀਤਾ। ਬੇਅੰਤ ਚੋਜ ਨੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੇਅੰਤੀ ਮਹਿਮਾ ਹੈ। ਜਦੋਂ 52 ਰਾਜਿਆਂ ਨੂੰ ਛੁਡਾਇਆ, ਉਸ ਦਿਨ ਤੋਂ ਸਤਿਗੁਰਾਂ ਦੇ ਨਾਂ ਨਾਲ ਬੰਦੀ ਛੋੜ ਜੁੜ ਗਿਆ ਕਿ ਸਤਿਗੁਰੂ ਜੀ ਬੰਦੀ ਛੋੜ ਹਨ। ਰਾਗੀ ਸਿੰਘ ਸ਼ਬਦ ਵੀ ਪੜ੍ਹ ਕੇ ਗਏ ਨੇ, ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬੰਦੀ ਛੋੜ ਹਨ। ਐਸੇ ਬੰਦੀ ਛੋੜ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਗੁਰਦੇਵ ਦੇ ਪਾਵਨ ਗੁਰਤਾ ਗੱਦੀ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਦਇਆ ਕਰਨ, ਆਪਣੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਬਲ ਬੁੱਧੀ ਪ੍ਰੇਰਨਾ ਬਖਸ਼ਿਸ਼ ਕਰਨ। ਲੜੀਵਾਰ ਇਤਿਹਾਸ ਗੁਰਸਿੱਖਾਂ ਦੀ ਭਗਤ ਮਾਲਾ ਦਾ ਆਪ ਜੀ ਸਰਵਣ ਕਰ ਰਹੇ ਹੋ। ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਚ ਆਏ ਸਤਿਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਤਿੰਨਾਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ 'ਚ ਧਾਰਨ ਕਰਦਿਆਂ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਅਨੰਦ ਮੁਰਾਰੀ ਸੁਮਤ ਮਾਨੀ। ਭਾਈ ਆਨੰਦ ਜੀ, ਭਾਈ ਮੁਰਾਰੀ ਜੀ ਜੋ ਸਮਤ ਸ੍ਰੇਸ਼ਟ ਮਤ ਦੇ ਧਾਰਨੀ ਹਨ। ਮਹਾਪੁਰਖ ਸਿੱਖ ਆਤਮ ਗਿਆਨੀ। ਇਹ ਮਹਾਪੁਰਖ ਨੇ ਔਰ ਆਤਮ ਗਿਆਨੀ ਸਿੱਖ ਹਨ। ਨਾਨੋ ਲਟਕਣ ਜਾਤ ਸੁਜਾਨਾ। ਭਾਈ ਨਾਨੋ ਜੀ, ਭਾਈ ਲਟਕਣ ਜੀ। ਬਿੰਦ ਰਾਓ ਸਿੱਖ ਮਿਲ ਕਲਿਆਣਾ। ਭਾਈ ਬਿੰਦਰਾਓ ਜੀ, ਇਹ ਸਾਰੇ ਮਹਾਨ ਸਿੱਖ ਮਿਲ ਕੇ ਆਲਮ ਚੰਦ ਹਾਂਡਾ ਜੋ ਉਚਾਰਾ। ਭਾਈ ਆਲਮ ਚੰਦ ਜੀ ਜੋ ਹਾਂਡੇ ਜਾਤ ਦੇ ਹਨ, ਉਹ ਚੱਲ ਕੇ ਆਏ ਹਨ। ਤਾਲਵਾੜ ਬੋਰੋ ਸਹਿ ਸਾਰਾ। ਤੇਰੇ ਤਾਲਵਾੜ ਦੇ ਹਨ ਔਰ ਇਹ ਭਾਈ ਸਹਿਸਾਰਾ ਜੀ। ਸਭ ਮਿਲ ਕਰ ਜਿਨ ਮਨ ਜਗਿਆਸੀ। ਇਹ ਸਾਰੇ ਮਿਲ ਕੇ ਮਹਾਰਾਜ ਜੀ ਕੋਲ ਆਏ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸਤਿਗੁਰਾਂ ਨੂੰ ਮਿਲਣ ਦੀ ਜਗਿਆਸਾ ਹੈ। ਆਏ ਸ਼੍ਰੀ ਅਰਜਨ ਕੇ ਪਾਸੀ। ਇਹ ਸਾਰੇ ਮਿਲ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਹਨ। ਕਰ ਬੰਧਨ ਕੋ ਅਰਜ ਗੁਜਾਰੀ। ਮਹਾਰਾਜ ਜੀ ਦੇ ਚਰਨਾਂ ਵਿੱਚ ਬੰਦਨਾ ਕਰਕੇ ਗੁਰੂ ਚਰਨਾਂ ਵਿੱਚ ਇਹਨਾਂ ਨੇ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਮੁਰਾਰੀ। ਕਹਿਣ ਲੱਗੇ, ਹੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ, ਦੇਹੋ ਉਪਦੇਸ਼ ਹਰੋ ਦੁਖ ਪਾਰਾ। ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ
ਔਰ ਸਾਡਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਜਨਮ ਮਰਨ ਦਾ, ਉਹ ਦੁੱਖ ਆਪ ਜੀ ਕਿਰਪਾ ਕਰਕੇ ਸਾਡਾ ਦੂਰ ਕਰੋ। ਸ਼ਰਨ ਪਰੇ ਸਭ ਕਰੋ ਉਧਾਰਾ। ਮਹਾਰਾਜ ਜੀ ਅਸੀਂ ਤੁਹਾਡੀ ਸ਼ਰਨ ਚ ਪਏ ਹਾਂ, ਆਪ ਜੀ ਕਿਰਪਾ ਕਰਕੇ ਸਾਡਾ ਉਧਾਰ ਕਰੋ। ਸ਼੍ਰੀ ਸਤਿਗੁਰ ਜੀ ਬਾਕ ਪ੍ਰਕਾਸ਼ਾ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਕਰੋ ਸ਼ਬਦ ਕੋ ਨਿਤ ਅਭਿਆਸਾ। ਪਾਤਸ਼ਾਹ ਨੇ ਬਚਨ ਕੀਤਾ, ਭਾਈ ਸਿੱਖੋ ਨਿਤ ਗੁਰੂ ਕੇ ਸ਼ਬਦ ਦਾ ਅਭਿਆਸ ਕਰਿਆ ਕਰੋ। ਵਾਹਿਗੁਰੂ 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 ਵਾਹਿਗੁਰੂ। ਪਾਵਨ ਪਵਿੱਤਰ ਸ਼ਬਦ ਦਾ ਨਿਤ ਅਭਿਆਸ ਕਰਿਆ ਕਰੋ। ਸਿੱਖ ਸੰਤਨ ਕੀ ਸੇਵਾ ਧਰਿਏ। ਔਰ ਜਿਹੜੇ ਗੁਰੂ ਕੇ ਸਿੱਖ ਨੇ, ਮਹਾਤਮਾ ਸੰਤ ਜਨ ਨੇ, ਉਹਨਾਂ ਦੀ ਸੇਵਾ ਕਰਿਆ ਕਰੋ। ਸਤ ਨਾਮ ਕੋ ਸਿਮਰਨ ਕਰੀਏ। ਨਾਲ ਨਾਲ ਸੱਚੇ ਨਾਮ ਦਾ ਜਾਪ ਜਪਣਾ, ਸੱਚੇ ਨਾਮ ਦਾ ਸਿਮਰਨ ਕਰਨਾ ਹੈ। ਸੁਨਤ ਗੁਰੂ ਤੇ ਸਭਨ ਬਖਾਨਾ। ਮਹਾਰਾਜ ਜੀ ਦੇ ਬਚਨ ਸੁਣ ਕੇ ਫਿਰ ਇਹ ਸਾਰੇ ਸਿੱਖ ਬੋਲੇ, ਸਤਿਗੁਰਾਂ ਨੂੰ ਕਹਿਣ ਲੱਗੇ, ਹਮ ਜਬ ਸ਼ਬਦ ਸੁਨੇ ਦੇ ਕਾਨਾ। ਕਹਿਣ ਲੱਗੇ ਮਹਾਰਾਜ ਜੀ ਜਿਸ ਵਕਤ ਅਸੀਂ ਸ਼ਬਦ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਤਬ ਮਨ ਨਿਮਰ ਸਿਮਰ ਸਤਨਾਮ। ਜਿੰਨਾ ਚਿਰ ਸ਼ਬਦ ਸੁਣਦੇ ਹਾਂ ਉਹਨਾਂ ਚਿਰ ਸਾਡਾ ਮਨ ਨਿਮਰ ਹੋ ਕੇ ਸੱਚੇ ਨਾਮ ਨੂੰ ਸਿਮਰਦਾ ਹੈ। ਜਿੰਨੀ ਦੇਰ ਤੱਕ ਸ਼ਬਦ ਸੁਣਦੇ ਰਹਿੰਦੇ ਆ, ਕੀਰਤਨ ਦੁਆਰਾ, ਪਾਠ ਦੁਆਰਾ ਜਾਂ ਫਿਰ ਕਥਾ ਦੁਆਰਾ ਮਹਾਰਾਜ, ਓਨੀ ਦੇਰ ਤੱਕ ਸਾਡਾ ਮਨ ਨਿਮਰ ਰਹਿੰਦਾ ਹੈ ਔਰ ਸਾਡੇ ਮਨ ਵਿੱਚ ਸੱਚੇ ਨਾਮ ਦਾ ਸਿਮਰਨ ਚੱਲਦਾ ਰਹਿੰਦਾ ਹੈ। ਪੁਨ ਵਿਵਹਾਰ ਕਰੇ ਜਬ ਤਾਮ। ਮਹਾਰਾਜ ਜਦੋਂ ਅਸੀਂ ਉੱਠ ਕੇ ਫਿਰ ਆਪਣੇ ਘਰ ਦੇ ਕੰਮਕਾਰ ਕਰਦੇ ਹਾਂ, ਆਪਣੇ ਘਰਾਂ ਦੇ ਕੰਮਾਂ ਕਾਜਾਂ ਵਿੱਚ ਪ੍ਰਵਿਰਤ ਹੁੰਦੇ ਹਾਂ, ਬਿਸਰ ਜਾਤ ਨੈ ਚਿਤ ਮੈਂ ਰਹੇ। ਮਹਾਰਾਜ ਜੀ ਫਿਰ ਸਾਡੇ ਹਿਰਦੇ ਚੋਂ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਹੈ। ਜਦੋਂ ਅਸੀਂ ਕੰਮਾਂ ਕਾਰਾਂ ਵਿੱਚ ਲੱਗ ਜਾਂਦੇ ਆ, ਫਿਰ ਸਾਡੇ ਹਿਰਦੇ ਚੋਂ ਨਾਮ ਵਿਸਰ ਜਾਂਦਾ ਹੈ। ਸੁਨ ਸਤਿਗੁਰ ਤਿਨ ਸੋ ਤਬ ਕਹੇ। ਇਹਨਾਂ ਦੇ ਕੋਲੋਂ ਸੁਣ ਕੇ ਸਿੱਖਾਂ ਦੀ ਬੇਨਤੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਅਜੋ ਤੁਮਾਰੇ ਉਰ ਅਭਿਆਸ। ਮਹਾਰਾਜ ਜੀ ਬੋਲੇ, ਕਹਿੰਦੇ ਹਾਲੇ ਤੁਹਾਡੇ ਹਿਰਦੇ 'ਚ ਜਿਹੜਾ ਸ਼ਬਦ ਦਾ ਅਭਿਆਸ ਹੈ, ਨੈ ਦ੍ਰਿੜ ਪਇਓ ਕਰੋ ਨਿਰਜਾਸ। ਉਹ ਦ੍ਰਿੜ ਨਹੀਂ ਹੋਇਆ, ਪਰਪੱਕ ਨਹੀਂ ਹੋਇਆ। ਇਹ ਗੱਲ ਤੁਸੀਂ ਨਿਰਣੇ ਕਰਕੇ ਜਾਣ ਲਓ। ਅਨਕ ਜਨਮ ਦੁਰਮਤ ਵਿਵਹਾਰਾ। ਕਹਿੰਦੇ ਵੀ ਥੋੜੇ ਸਮੇਂ ਵਿੱਚ ਸ਼ਬਦ ਦਾ ਅਭਿਆਸ ਕੀਤਿਆਂ ਸ਼ਬਦ ਦ੍ਰਿੜ ਵੀ ਨਹੀਂ ਹੁੰਦਾ। ਕਾਰਨ ਕੀ ਹੈ ਕਿ ਅਨੇਕਾਂ ਜਨਮਾਂ ਦੇ ਵਿੱਚ ਤੁਸੀਂ ਮਾੜੀ ਮਤ, ਦੁਰਮਤ ਧਾਰਨ ਕਰਕੇ ਕਈ ਜਨਮ ਬਤੀਤ ਕੀਤੇ ਹਨ। ਸੋ ਅਭਿਆਸ ਬਲੀ ਔਰ ਤਾਰਾ। ਉਹ ਜਿਹੜੀ ਕਈ ਜਨਮਾਂ ਦੀ ਮਾੜੀ ਮਤ ਹੈ, ਉਹਦਾ ਜਿਹੜਾ ਅਭਿਆਸ ਹੈ, ਉਹ ਅਭਿਆਸ ਜਿਹੜਾ ਹੈ ਇਸ ਜਨਮ ਦੇ ਵਿੱਚ ਵੀ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਹੈ। ਗੁਰੂ ਸ਼ਬਦ ਮੈਂ ਅਬ ਅਭਿਆਸਾ। ਹੁਣ ਗੁਰੂ ਦੇ ਸ਼ਬਦ ਦਾ ਜਿਹੜਾ ਅਭਿਆਸ ਤੁਸੀਂ ਕਰਦੇ ਹੋ, ਪਇਓ ਅਲਪਈ ਨਹੀਂ ਪ੍ਰਕਾਸ਼ਾ। ਇਹ ਹਾਲੇ ਥੋੜੇ ਸਮੇਂ ਤੋਂ ਹੀ ਕਰਨ ਲੱਗੇ ਹੋ। ਜਿਹੜਾ ਮਾੜੀ ਮਤ ਦਾ ਅਭਿਆਸ ਹੈ ਉਹ ਕਈ ਜਨਮਾਂ ਤੋਂ ਚੱਲ ਰਿਹਾ। ਪਿਛਲੇ ਕਈ ਜਨਮਾਂ 'ਚ ਦੁਰਮਤ ਧਾਰਨ ਕੀਤੀ ਹੈ, ਉਹਦਾ ਪ੍ਰਭਾਵ ਇਸ ਮਨ ਤੇ ਹੁਣ ਤੱਕ ਇਸ ਸਰੀਰ ਵਿੱਚ ਵੀ ਚੱਲ ਰਿਹਾ ਹੈ। ਜਿਹੜਾ ਗੁਰ ਸ਼ਬਦ ਦਾ ਅਭਿਆਸ ਹੈ ਉਹ ਹਾਲੇ ਤੁਸੀਂ ਥੋੜੇ ਸਮੇਂ ਤੋਂ ਕਰਨ ਲੱਗੇ ਹੋ। ਬਹੁ ਦਿਨ ਕੋ ਦ੍ਰਿੜ ਤਨ ਅਭਿਮਾਨ। ਜਿਹੜਾ ਸਰੀਰ ਦਾ ਅਭਿਮਾਨ ਬਹੁਤ ਜਨਮਾਂ ਦਾ ਤੁਸੀਂ ਆਪਣੇ ਹਿਰਦੇ 'ਚ ਧਾਰਨ ਕੀਤਾ ਹੋਇਆ ਹੈ। ਸਨੇ ਸਨੇ ਕੀ ਜੇ ਇਸ ਹਾਨ। ਪਹਿਲਾਂ ਆਪਣੇ ਇਸ ਤਨ ਅਭਿਮਾਨ ਨੂੰ ਸਹਿਜੇ ਸਹਿਜੇ ਦੂਰ ਕਰੋ। ਪਹਿਲਾਂ ਆਪਣੇ ਸਰੀਰ ਦੀ ਜਿਹੜੀ ਹੰਗਤਾ ਮਮਤਾ ਹੈ, ਇਹਨੂੰ ਆਪਣੇ ਹਿਰਦੇ 'ਚੋਂ ਸਹਿਜੇ ਸਹਿਜੇ ਦੂਰ ਕਰੋ। ਪਠਨ ਸ਼ਰਵਨ ਨਿਤ ਕਰੋ ਵਿਸਾਲਾ। ਔਰ ਗੁਰਬਾਣੀ ਨੂੰ ਪੜਿਆ ਕਰੋ, ਗੁਰਬਾਣੀ ਨੂੰ ਸੁਣਿਆ ਕਰੋ, ਗੁਰਬਾਣੀ ਨੂੰ ਵਿਚਾਰਿਆ ਕਰੋ। ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ। ਜਦੋਂ ਸ਼ਬਦ ਤੁਹਾਡੇ ਹਿਰਦੇ 'ਚ ਦ੍ਰਿੜ ਹੋ ਜਾਏਗਾ, ਗੁਰਬਾਣੀ ਦੇ ਸ਼ਬਦ ਦਾ ਅਭਿਆਸ ਤੁਹਾਡੇ ਹਿਰਦੇ 'ਚ ਪਰਪੱਕ ਹੋ ਜਾਵੇਗਾ, ਸਹਿਜੇ ਸਹਿਜੇ ਹੋਏ ਬਿਸਿਮਰਨ
ਤਨ ਅਭਿਮਾਨ। ਤੁਹਾਡੇ ਹਿਰਦੇ ਵਿੱਚੋਂ ਸਰੀਰ ਦਾ ਅਭਿਮਾਨ ਵਿਸਰ ਜਾਏਗਾ। ਫਿਰ ਇਹ ਤਨ ਅਭਿਮਾਨ ਜਿਹੜਾ ਸਰੀਰ ਦੀ ਹੰਗਤਾ ਹੈ, ਇਹ ਫਿਰ ਤੁਹਾਡੇ ਹਿਰਦੇ ਚੋਂ ਛੁਟਕ ਜਾਏਗੀ ਜਦੋਂ ਤੁਹਾਡੇ ਹਿਰਦੇ 'ਚ ਗੁਰ ਸ਼ਬਦ ਦਾ ਅਭਿਆਸ ਪਰਪੱਕ ਹੋਵੇਗਾ। ਤਬ ਤੁਮਰੀ ਹੋਵੇ ਕਲਿਆਣ। ਫਿਰ ਤੁਹਾਡੀ ਕਲਿਆਣ ਹੋਵੇਗੀ, ਤੁਹਾਡੀ ਮੁਕਤੀ ਹੋਵੇਗੀ। ਨੀਰ ਪਰਵਾ ਹੋਤ ਹੈ ਜੈਸੇ। ਜਿਵੇਂ ਪਾਣੀ ਦਾ ਪ੍ਰਵਾਹ ਚੱਲਿਆ ਜਾਂਦਾ ਹੈ, ਨੀਰ ਕਹਿੰਦੇ ਨੇ ਪਾਣੀ ਨੂੰ, ਜਿਵੇਂ ਪਾਣੀ ਦਾ ਪ੍ਰਵਾਹ ਚੱਲਦਾ ਹੈ। ਸਨੇ ਸਨੇ ਉਲਟੇ ਵਿਦ ਕੈਸੇ। ਹੁਣ ਉਹ ਪਾਣੀ ਦਾ ਪ੍ਰਵਾਹ ਜਿੱਧਰ ਇੱਕ ਵਾਰੀ ਚੱਲ ਰਿਹਾ ਵਹਾਵ, ਉਹਨੂੰ ਉਲਟਾ ਕੇ ਦੂਜੇ ਪਾਸੇ ਚਲਾਉਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ। ਵੀ ਇੱਕ ਪਾਸੇ ਉਹ ਚੱਲਿਆ ਜਾ ਰਿਹਾ, ਕਈ ਸਾਲਾਂ ਤੋਂ ਇੱਕ ਪਾਸੇ ਵਹਿ ਰਿਹਾ, ਕਈ ਜਨਮਾਂ ਤੋਂ ਇੱਕ ਪਾਸੇ ਵਹਿ ਰਿਹਾ। ਉਹਨੂੰ ਹੁਣ ਉਧਰ ਨੂੰ ਵਹਿਣ ਤੋਂ ਰੋਕ ਕੇ ਦੂਜੇ ਪਾਸੇ ਜਦੋਂ ਉਲਟਾ ਕੇ ਚਲਾਉਣਾ, ਟਾਈਮ ਤਾਂ ਲੱਗੇਗਾ, ਮਿਹਨਤ ਤਾਂ ਕਰਨੀ ਪਏਗੀ ਨਾ। ਇਸੇ ਤਰ੍ਹਾਂ ਤੁਹਾਡਾ ਜਿਹੜਾ ਅੰਦਰ ਦਾ ਮਨ ਹੈ, ਇਹ ਕਈ ਜਨਮਾਂ ਤੋਂ ਖੋਟੀ ਮੱਤ ਪਿੱਛੇ ਲੱਗ ਕੇ ਉਧਰ ਨੂੰ ਹੀ ਵਹਿ ਰਿਹਾ ਹੈ। ਹੁਣ ਸਹਿਜੇ ਸਹਿਜੇ ਸਮਾਂ ਲੱਗੇਗਾ, ਜਿਵੇਂ ਜਿਵੇਂ ਗੁਰ ਸ਼ਬਦ ਦੀ ਕਮਾਈ ਕਰੋਗੇ, ਇਹ ਮਨ ਉਧਰੋਂ ਉਲਟ ਕੇ ਮੁੜ ਕੇ ਪ੍ਰਮਾਤਮਾ ਵਾਲੇ ਪਾਸੇ ਚੱਲੇਗਾ। ਅਬ ਮਨ ਉਲਟ ਸਨਾਤਨ ਹੁਆ। ਫਿਰ ਇਹ ਮਨ ਉਲਟ ਕੇ ਮੁੜ ਕੇ ਉਹ ਸਨਾਤਨ ਸਰੂਪ ਦੇ ਵਿੱਚ, ਜਿਹੜਾ ਇਹਦਾ ਆਪਣਾ ਪੁਰਾਤਨ ਸਰੂਪ ਹੈ, ਉਹਦੇ ਵਿੱਚ ਜਾ ਕੇ ਟਿਕੇਗਾ। ਫਿਰ ਇਹ ਸਰੀਰ ਦੀ ਮੈਂ ਮੇਰੀ, ਸਰੀਰ ਦੀ ਜਿਹੜੀ ਹੰਗਤਾ ਹੈ, ਇਹ ਹਿਰਦੇ ਚੋਂ ਖਤਮ ਹੋਵੇਗੀ। ਕਰੇ ਜਤਨ ਬੋ ਅਨਥਲ ਬਏ। ਯਤਨ ਕੀਤਿਆਂ ਹੀ ਉਹ ਪਾਣੀ ਦੂਜੇ ਪਾਸੇ ਵਹਿਣਾ ਹੈ। ਨਾਏ ਤਾਂ ਪ੍ਰਥਮ ਥਾਨ ਹੀ ਰਹੇ। ਨਹੀਂ ਤਾਂ ਉਹ ਪਾਣੀ ਪਹਿਲੇ ਉਸੇ ਥਾਂ ਤੇ ਉਸੇ ਜਗ੍ਹਾ ਤੇ ਵਗਦਾ ਰਹਿੰਦਾ ਹੈ। ਊਰਬ ਕਰੀਏ ਮਨ ਨੀਵਾਣ। ਮਹਾਰਾਜ ਜੀ ਕਹਿੰਦੇ, ਸਿੱਖੋ ਪਹਿਲਾਂ ਤੁਸੀਂ ਆਪਣੇ ਮਨ ਨੂੰ ਨਿਵਾਣ ਤੋਂ ਭਾਵ ਨਿਮਰਤਾ ਸਹਿਤ ਕਰੋ, ਆਪਣੇ ਮਨ ਨੂੰ ਨੀਵਾਂ ਕਰੋ। ਰੋਜ਼ ਆਪਾਂ ਗੁਰੂ ਚਰਨਾਂ 'ਚ ਇਹੀ ਕਹਿੰਦੇ ਆ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਮਨ ਨੀਵਾਂ ਰੱਖਣਾ, ਆਪਣੇ ਮਨ ਨੂੰ ਨੀਵਾਂ ਕਰਕੇ ਰੱਖੋ, ਨਿਮਰਤਾ ਸਹਿਤ ਇਹਨੂੰ ਨਿਵਾਓ। ਪਾਵੋ ਬੰਦ ਬ੍ਰਿਤੀ ਬ੍ਰਹਮ ਗਿਆਨ। ਫਿਰ ਇਹਨੂੰ ਬੰਨ ਪਾਓ, ਬ੍ਰਹਮ ਗਿਆਨ ਦੀ ਜਿਹੜੀ ਬਿਰਤੀ ਹੈ, ਉਹਦਾ ਬੰਨ ਨੂੰ ਇਹਨੂੰ ਪਾ ਕੇ ਰੱਖੋ। ਸਤ ਸੰਤੋਖ ਆਦ ਗੁਣ ਧਰੇ। ਸਤ ਸੰਤੋਖ ਦਇਆ ਖਿਮਾ, ਇਹ ਜਿਹੜੇ ਸ਼ੁਭ ਗੁਣ ਨੇ ਆਪਣੇ ਇਸ ਮਨ ਵਿੱਚ ਧਾਰਨ ਕਰੋ। ਇਨ ਯਤਨੋਂ ਤੇ ਸੋ ਮੁਰ ਪਰੇ। ਜਦੋਂ ਇਹ ਯਤਨ ਕਰੋਗੇ, ਇਹ ਯਤਨ ਕਰਕੇ ਫਿਰ ਇਹ ਮਨ ਵਿਕਾਰਾਂ ਵਾਲੇ ਪਾਸੇ ਦੌੜਨ ਤੋਂ ਹਟ ਜਾਏਗਾ, ਔਰ ਮੁੜ ਕੇ ਪ੍ਰਮਾਤਮਾ ਵੱਲ ਜੁੜ ਜਾਏਗਾ। ਵਿਕਾਰਾਂ ਵਾਲੇ ਪਾਸਿਓਂ ਇਹ ਹਟ ਜਾਵੇਗਾ, ਉਧਰ ਨੂੰ ਜਾਣ ਤੋਂ ਰੁਕ ਜਾਏਗਾ। ਜਬ ਪਰਵਾ ਇਤ ਦਿਸ਼ ਕੋ ਪਇਓ। ਜਦੋਂ ਇਸ ਮਨ ਦਾ ਪ੍ਰਵਾਹ ਪ੍ਰਮਾਤਮਾ ਵਾਲੇ ਪਾਸੇ ਵਹਿ ਟੁਰੇਗਾ, ਬੋਰ ਉਪਾਏ ਨਾ ਕੁਛ ਰਹਿ ਗਇਓ। ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਫਿਰ ਮਨ ਦਾ ਵਹਾਵ ਜਿਹੜਾ ਉਹ ਸੁੱਤੇ ਸਿੱਧ ਉਧਰ ਨੂੰ ਚੱਲੀ ਜਾਣਾ। ਇੱਕ ਵਾਰੀ ਪਾਣੀ ਦਾ ਵਹਾਵ ਬਦਲ ਦਿਓ ਨਾ, ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਉਹਨੇ ਆਪਣੇ ਆਪ ਹੀ ਉਧਰ ਵਗੀ ਜਾਣਾ, ਚੱਲੀ ਜਾਣਾ। ਇਸੇ ਤਰ੍ਹਾਂ ਇੱਕ ਵਾਰੀ ਮਿਹਨਤ ਕਰਕੇ ਜੇ ਤੁਸੀਂ ਮਨ ਨੂੰ ਇੱਧਰ ਲਾ ਲਿਆ ਪ੍ਰਮਾਤਮਾ ਵਾਲੇ ਪਾਸੇ, ਫਿਰ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ, ਫਿਰ ਆਪੇ ਹੀ ਮਨ ਨੇ ਜੁੜਿਆ ਰਹਿਣਾ। ਫਿਰ ਮਨ ਦੀ ਲਿਵ ਅੱਠੇ ਪੈਰ ਨਿਰੰਤਰ ਊਠਤ ਬੈਠਤ ਸੋਵਤ ਜਾਗਤ, ਇਹੋ ਮਨ ਤੁਝੈ ਚਿਤਾਰੈ। ਇਹ ਅਵਸਥਾ ਸੁਤੇ ਸਿੱਧ ਸੁਭਾਵਕ ਹੀ ਬਣ ਜਾਏਗੀ। ਪ੍ਰਾਪਤ ਹੋਏ ਸੁਖੇਨ ਆਨੰਦ। ਸੁਖੈਨ ਹੀ ਸੌਖੇ ਢੰਗ ਨਾਲ ਹੀ ਤੁਹਾਨੂੰ ਆਨੰਦ ਦੀ ਪ੍ਰਾਪਤੀ ਹੋ ਜਾਵੇਗੀ। ਨਹੀਂ ਸੋ ਵਿਆਪੇ ਦੁੱਖ ਦਾ ਦੁੰਦ। ਤੁਹਾਨੂੰ ਜਿਹੜਾ ਦਵੰਦ ਦਾ ਦੁੱਖ ਹੈ, ਫਿਰ ਉਹ ਨਹੀਂ ਵਿਆਪੇਗਾ। ਸ਼੍ਰੀ ਗੁਰ ਤੇ ਸੁਨ ਭਗਤ ਸੁਠਾਨੀ। ਸਤਿਗੁਰੂ ਜੀ ਦੇ ਬਚਨ ਸੁਣ ਕੇ ਨਾ ਸਿੱਖਾਂ ਨੇ ਭਗਤੀ ਦੇ ਵਿੱਚ ਆਪਣੇ ਆਪ ਨੂੰ ਜੋੜਿਆ ਹੈ। ਭਇਓ ਮੁਰਾਰੀ ਆਤਮ ਗਿਆਨੀ। ਭਾਈ ਮੁਰਾਰੀ ਜੀ ਵਰਗੇ ਜਿੰਨੇ ਸਿੱਖ ਸਾਨੇ ਸਾਰੇ ਕੁਝ ਸਮੇਂ ਬਾਅਦ ਆਤਮ ਗਿਆਨੀ ਹੋ ਗਏ ਹਨ। ਭਾਨੂ ਸੁਗੜ ਸੋ ਜਗਨਾਨੰਦ।
ਭਾਈ ਭਾਨੂ ਜੀ, ਭਾਈ ਜਗਨਾਨੰਦ ਜੀ, ਆਏ ਗੁਰੂ ਅਰਜਨ ਪਦ ਬੰਦ, ਭਾਈ ਸੂਹੜ ਜੀ, ਇਹ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਆਏ ਨਾ, ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਬੈਠਤ ਆਪਨ ਬਿਰਤੰਤ ਬਖਾਨਾ, ਸਤਿਗੁਰਾਂ ਕੋਲ ਬਹਿ ਕੇ ਇਹਨਾਂ ਨੇ ਆਪਣੀ ਹਾਲਤ, ਆਪਣੇ ਅੰਦਰ ਦੀ ਅਵਸਥਾ ਗੁਰਦੇਵ ਨੂੰ ਬਿਆਨ ਕਰਕੇ ਸੁਣਾਈ। ਹਮ ਰੋਕੇ ਇੰਦਰੀ ਅਰ ਪ੍ਰਾਨਾ, ਕਹਿਣ ਲੱਗੇ ਮਹਾਰਾਜ ਅਸੀਂ ਆਪਣੀਆਂ ਇੰਦਰੀਆਂ ਤੇ ਆਪਣੇ ਪ੍ਰਾਣਾਂ ਨੂੰ ਰੋਕਣ ਦਾ ਯਤਨ ਕਰਦੇ ਹਾਂ, ਪ੍ਰਾਣਾਯਾਮ ਕਰਦੇ ਹਾਂ ਔਰ ਆਪਣੀਆਂ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਦੇ ਹਾਂ। ਸਿਮਰਨ ਕਰੇ ਸਮੇਤ ਉਪਾਏ, ਔਰ ਵਾਹਿਗੁਰੂ ਵਾਹਿਗੁਰੂ ਦਾ ਜੋ ਸਿਮਰਨ ਹੈ ਇਹ ਕਰਦੇ ਹਾਂ। ਜਹਤ ਹਿਰਦੇ ਪ੍ਰਭ ਲਿਵ ਲੱਗ ਜਾਏ, ਔਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਹਿਰਦੇ 'ਚ ਪ੍ਰਮਾਤਮਾ ਦੀ ਲਿਵ ਲੱਗ ਜਾਵੇ। ਜਬੇ ਪਦਾਰਥ ਕੁਝ ਦ੍ਰਿਸ਼ਟਾਵੇ, ਮਹਾਰਾਜ ਜੀ ਪਰ ਸਾਡੀ ਸਮੱਸਿਆ ਇਹ ਹੈ ਕਿ ਜਿੰਨੀ ਚਿਰ ਤਾਂ ਲੱਗੇ ਰਹੀਏ, ਜਦੋਂ ਅੱਖਾਂ ਖੋਲ ਕੇ ਅਸੀਂ ਕਿਸੇ ਪਦਾਰਥ ਨੂੰ ਵੇਖਦੇ ਹਾਂ, ਸਾਨੂੰ ਕੋਈ ਪਦਾਰਥ ਨਜ਼ਰ ਆਉਂਦਾ ਹੈ, ਤਬ ਹਮਰੋ ਮਨ ਤੈ ਚੱਲ ਜਾਵੇ। ਉਸ ਪਦਾਰਥ ਨੂੰ ਵੇਖ ਕੇ ਸਾਡਾ ਮਨ ਅੱਖਾਂ ਦੇ ਰਾਹੀਂ ਉਸ ਪਦਾਰਥ ਕੋਲ ਚਲਾ ਜਾਂਦਾ ਹੈ। ਜਦੋਂ ਕੋਈ ਪਦਾਰਥ ਵੇਖਦੇ ਹਾਂ ਤੇ ਸਾਡਾ ਮਨ ਉਸ ਪਦਾਰਥ ਦੇ ਕੋਲ ਚਲਾ ਜਾਂਦਾ ਹੈ। ਵਾਸ਼ਨ ਛੈ ਅਰ ਮਨ ਕੋ ਨਾਸ਼, ਔਰ ਮਨ 'ਚ ਇੱਛਾ ਹੁੰਦੀ ਹੈ ਵੀ ਪਦਾਰਥ ਸਾਡੇ ਕੋਲ ਹੋਵੇ। ਏਦਾਂ ਮਹਾਰਾਜ ਜੀ ਜਦੋਂ ਕੋਈ ਪਦਾਰਥ ਵੇਖਦੇ ਆ ਫਿਰ ਉਹਦੇ ਵੱਲ ਚੱਲਿਆ ਜਾਂਦਾ ਮਨ, ਰੋਕਣ ਦਾ ਯਤਨ ਵੀ ਕਰਦੇ ਆ ਇੰਦਰੀਆਂ ਨੂੰ। ਮਹਾਰਾਜ ਜੀ ਬੋਲੇ, ਕਹਿਣ ਲੱਗੇ ਸਿੱਖੋ ਇਹਦੇ ਵਾਸਤੇ 3 ਚੀਜ਼ਾਂ ਚਾਹੀਦੀਆਂ ਨੇ। ਕਿਹੜੀਆਂ? ਪਹਿਲੀ ਹੈ ਵਾਸ਼ਨਾ ਛੈ, ਵਾਸ਼ਨ ਛੈ ਅਰ ਮਨ ਕੋ ਨਾਸ। ਦੂਜਾ ਹੈ ਮਨ ਦਾ ਨਾਸ਼ ਕਰਨਾ, ਯਾਨੀ ਕਿ ਮਨ ਨੂੰ ਮਾਰਨਾ। ਤਤਵ ਗਿਆਨ ਤੀਨੋਂ ਨਿਰਜਾਸ, ਔਰ ਤੀਜਾ ਹੈ ਤਤਵ ਗਿਆਨ। ਇਹਨਾਂ ਨੂੰ ਤੁਸੀਂ ਆਪਣੇ ਹਿਰਦੇ ਵਿੱਚ ਨਿਰਣਾ ਕਰਕੇ ਧਾਰਨ ਕਰੋ। ਵਾਰ ਵਾਰ ਅਭਿਆਸੋ ਇਨਕੋ, ਇਹਨਾਂ ਤਿੰਨਾਂ ਦਾ ਬਾਰ-ਬਾਰ ਅਭਿਆਸ ਕਰੋ। ਵਾਸ਼ਨਾ ਛੈ, ਮਨ ਕੋ ਨਾਸ ਤੇ ਤਤਵ ਗਿਆਨ। ਇਹਨਾਂ ਤਿੰਨਾਂ ਦਾ ਤੁਸੀਂ ਬਾਰ-ਬਾਰ ਪੁਨः ਆਪਣੇ ਹਿਰਦੇ 'ਚ ਅਭਿਆਸ ਕਰੋ। ਕਰੋ ਜਤਨ ਨਿਤ ਗਹੀਐ ਮਨ ਕੋ, ਔਰ ਯਤਨ ਕਰਕੇ ਨਿਤ ਆਪਣੇ ਮਨ ਨੂੰ ਪਕੜਨ ਦਾ ਯਤਨ ਕਰੋ। ਸੁਨ ਬਿਨਤੀ ਸਤਿਗੁਰ ਸੋ ਠਾਨੀ, ਸੁਣ ਕੇ ਸਤਿਗੁਰਾਂ ਦੇ ਬਚਨ ਮਹਾਰਾਜ ਜੀ ਨੂੰ ਕਹਿਣ ਲੱਗੇ, ਦਿਓ ਉਪਦੇਸ਼ ਕਰੋ ਮੁਖ ਬਾਣੀ। ਕਹਿਣ ਲੱਗੇ ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਆਪਣੇ ਮੁਖੋਂ ਸਾਨੂੰ ਉਪਦੇਸ਼ ਦਿਓ। ਜਿਸ ਤੇ ਮਨ ਕੋ ਹਮ ਠਹਿਰਾਵੇਂ, ਐਸਾ ਉਪਦੇਸ਼ ਦਿਓ ਕਿ ਅਸੀਂ ਆਪਣਾ ਇਹ ਮਨ ਕਾਬੂ ਕਰ ਸਕੀਏ। ਤੁਸੀਂ ਕਹਿੰਦੇ ਹੋ ਮਨ ਵਸ ਕਰੋ, ਮਹਾਰਾਜ ਇਹ ਮਨ ਨੂੰ ਅਸੀਂ ਕਾਬੂ ਕਰ ਸਕੀਏ। ਕੋਈ ਐਸਾ ਉਪਦੇਸ਼ ਦਿਓ ਕਿ ਇਸ ਮਨ ਨੂੰ ਰੋਕ ਸਕੀਏ। ਆਤਮ ਗਿਆਨ ਮੁਕਤ ਦਾ ਪਾਵੇਂ, ਔਰ ਸਾਨੂੰ ਆਤਮਾ ਦਾ ਗਿਆਨ ਪ੍ਰਾਪਤ ਹੋ ਜਾਵੇ ਤੇ ਅਸੀਂ ਮੋਕਸ਼ ਨੂੰ, ਮੁਕਤੀ ਨੂੰ ਪਾ ਲਈਏ। ਸ਼੍ਰੀ ਅਰਜਨ ਤਬ ਜਤਨ ਬਖਾਨਾ, ਸੁਣ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਯਤਨ ਦੱਸਿਆ। ਬੋਲੇ, ਮਨ ਕੋ ਹੈ ਤੁਰੰਗ ਏ ਪ੍ਰਾਨਾ। ਮਹਾਰਾਜ ਜੀ ਕਹਿੰਦੇ ਸਿੱਖੋ ਇਸ ਮਨ ਦੇ ਜਿਹੜੇ ਘੋੜੇ ਨੇ ਨਾ, ਜਿਨ੍ਹਾਂ ਤੇ ਸਵਾਰ ਹੋ ਕੇ ਮਨ ਦੌੜਦਾ ਹੈ, ਉਹ ਘੋੜੇ ਨੇ ਸਾਡੇ ਪ੍ਰਾਣ ਸਵਾਸ। ਜਿਹੜੇ ਸਾਡੇ ਪ੍ਰਾਣ ਨੇ ਇਹ ਤੁਰੰਗ ਘੋੜੇ ਨੇ, ਸਵਾਸਾਂ ਦੇ ਘੋੜੇ ਤੇ ਮਨ ਸਵਾਰ ਹੋ ਕੇ ਦੌੜਦਾ ਹੈ ਬਾਹਰ। ਹਾਂਜੀ, ਇਨ ਤੇ ਚਪਲ ਹੋਤ ਨੈ ਥਿਰੇ, ਇਹਨਾਂ ਸਵਾਸਾਂ ਕਰਕੇ, ਇਹਨਾਂ ਪ੍ਰਾਣਾ ਕਰਕੇ ਮਨ ਚੰਚਲ ਹੁੰਦਾ ਹੈ। ਇਹਨਾਂ ਪ੍ਰਾਣਾ ਕਰਕੇ ਮਨ ਚੰਚਲ ਹੁੰਦਾ ਤੇ ਨਹੀਂ ਟਿਕਦਾ। ਪ੍ਰਾਨ ਪ੍ਰਥਮ ਤੋਂ ਅੰਤਰ ਬਰੇ, ਪਹਿਲਾ ਪ੍ਰਾਣ ਜਦੋਂ ਅੰਦਰ ਜਾਂਦਾ ਹੈ, ਬੋਰ ਉਥਤ ਉਪਰ ਕੋ ਆਵੇ। ਜਦੋਂ ਸਾਹ ਅੰਦਰ ਖਿੱਚਦੇ ਆ ਨਾ ਅਸੀਂ, ਤੇ ਇੱਕਦਮ ਉਹ ਮਨ ਨੂੰ ਚੰਚਲ ਕਰ ਦਿੰਦਾ। ਫਿਰ ਜਦੋਂ ਉਹ ਚੰਚਲ ਹੁੰਦਾ ਹੈ, ਉਹੀ ਸਾਹ ਬਾਹਰ ਨੂੰ ਆਉਂਦਾ ਤੇ ਉਹ ਮਨ ਉਸੇ ਸਾਹ ਦੇ ਉੱਤੇ ਸਵਾਰ ਹੋ ਕੇ ਬਾਹਰ ਨੂੰ ਚਲਾ ਜਾਂਦਾ। ਹੁਣ ਇਹ ਪ੍ਰਕਿਰਿਆ ਕਿੰਨੀ ਵਾਰੀ ਚੱਲਦੀ ਹੈ ਸਾਡੇ ਸਰੀਰ 'ਚ, ਸਾਹ ਅੰਦਰ ਜਾਣਾ ਤੇ ਬਾਹਰ ਆਉਣਾ।
ਸਵਾਸ ਅੰਦਰ ਗਿਆ, ਉਹਨੇ ਇੱਕਦਮ ਖੜਬੜਾਹਟ ਮਚਾ ਦਿੱਤੀ ਮਨ ਦੇ ਵਿੱਚ। ਫਿਰ ਇੱਕਦਮ ਜਦੋਂ ਮਨ ਚੰਚਲ ਹੋਇਆ, ਉਠਤ ਸਮੇਂ ਮਨ ਕੋ ਚਪਲਾਵੇ। ਉਸ ਵੇਲੇ ਜਦੋਂ ਸਵਾਸ ਬਾਹਰ ਨੂੰ ਜਾਂਦਾ ਅੰਦਰੋਂ ਉੱਠ ਕੇ, ਉਹ ਮਨ ਨੂੰ ਚਪਲਾਵੇ, ਭਾਵ ਚੰਚਲ ਕਰਦਾ ਹੈ। ਤਾਂ ਤੇ ਤ੍ਰਿਕੁਟੀ ਪ੍ਰਾਣ ਟਿਕਾਵੋ। ਉਹ ਫਿਰ ਪ੍ਰਾਣ ਬਾਹਰ ਨੂੰ ਜਾਂਦੇ ਨੇ, ਨਾਲ ਹੀ ਮਨ ਚਲਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਇਹਦੇ ਵਾਸਤੇ ਤੁਸੀਂ ਪਹਿਲੇ ਆਪਣੇ ਪ੍ਰਾਣਾਂ ਦੀ ਸਾਧਨਾ ਕਰੋ। ਹੁਣ ਪ੍ਰਾਣਾਂ ਦੀ ਸਾਧਨਾ ਜਿਹੜੇ ਯੋਗੀ ਨੇ ਉਹ ਹੋਰ ਢੰਗ ਨਾਲ ਕਰਦੇ ਨੇ। ਉਹ ਕਿਵੇਂ ਕਰਦੇ ਨੇ? ਉਹ ਆਪਣੇ ਪ੍ਰਾਣਾਂ ਨੂੰ ਪ੍ਰਾਣਾਯਾਮ ਕਰਕੇ ਦਸਮ ਦੁਆਰ 'ਚ ਟਿਕਾ ਲੈਂਦੇ, ਤ੍ਰਿਕੁਟੀ 'ਚ ਸਵਾਸ ਰੋਕ ਲੈਂਦੇ ਨੇ। ਉਹ ਕਹਿੰਦੇ ਨੇ ਜਦੋਂ ਸਵਾਸ ਰੋਕ ਲਵੋ ਤੇ ਮਨ ਵੀ ਰੁਕ ਜਾਂਦਾ। ਇਹ ਉਹਨਾਂ ਦੀ ਥਿਊਰੀ ਹੈ ਯੋਗੀਆਂ ਦੀ। ਪਤੰਜਲੀ ਯੋਗ ਦਾ ਇਹੀ ਸੂਤਰ ਹੈ। ਗੁਰਮਤਿ ਵਿੱਚ ਪ੍ਰਾਣਾਂ ਦੀ ਸਾਧਨਾ ਕੀ ਹੈ? ਮਹਾਰਾਜ ਜੀ ਕਹਿੰਦੇ ਆਪਣੇ ਪ੍ਰਾਣਾਂ ਦੀ ਪ੍ਰਕਿਰਿਆ ਨੂੰ ਵੇਖਦਿਆਂ ਹੋਇਆਂ ਉਹਨਾਂ ਪ੍ਰਾਣਾਂ ਦੁਆਰਾ ਵਾਹਿਗੁਰੂ, ਸਵਾਸ ਅੰਦਰ ਜਾਵੇ ਵਾਹੇ, ਸਵਾਸ ਬਾਹਰ ਜਾਵੇ ਗੁਰੂ, ਵਾਹਿਗੁਰੂ ਕਰਦਿਆਂ ਕਰਦਿਆਂ ਆਪਣਾ ਧਿਆਨ ਇੱਥੇ ਤ੍ਰਿਕੁਟੀ ਦੇ ਵਿੱਚ, ਆ ਜਿਹੜੀਆਂ ਸਾਡੇ ਪਰਬੱਟਿਆਂ ਦੇ ਵਿਚਕਾਰ ਜਗ੍ਹਾ ਹੈ, ਭੌਹਾਂ ਦੇ ਵਿਚਕਾਰ ਜਗ੍ਹਾ ਹੈ, ਇੱਥੇ ਆਪਣਾ ਧਿਆਨ ਜੋੜਨਾ ਹੈ। ਮਨ ਕੋ ਨਾਸ਼ ਰੀਤ ਇਸ ਪਾਵੋ। ਇਦਾਂ ਜਦੋਂ ਤੁਸੀਂ ਕਰੋਗੇ, ਸਹਿਜੇ ਸਹਿਜੇ ਤੁਹਾਡੇ ਮਨ ਦਾ ਨਾਸ਼ ਹੋ ਜਾਏਗਾ। ਯਾਨੀ ਕਿ ਜਿਹੜੇ ਤਿੰਨ ਚੀਜ਼ਾਂ ਦੱਸੀਆਂ ਨੇ ਨਾ, ਤਤਵ ਗਿਆਨ, ਮਨੋਨਾਸ਼, ਵਾਸ਼ਨਾਖ ਹੈ। ਮਹਾਰਾਜ ਜੀ ਕਹਿੰਦੇ ਜਦੋਂ ਤੁਸੀਂ ਇਦਾਂ ਕਰੋਗੇ ਨਾ, ਤੇ ਇਦਾਂ ਕਰਨ ਦੇ ਨਾਲ ਤੁਹਾਡਾ ਮਨ ਮਰ ਜਾਵੇਗਾ, ਯਾਨੀ ਕਿ ਮਨ ਨਾਸ਼ ਹੋ ਜਾਵੇਗਾ। ਸਕਲ ਜਗਤ ਕੋ ਮਿਥਿਆ ਮਾਨੋ। ਫਿਰ ਇਹ ਸਾਰਾ ਸੰਸਾਰ ਤੁਹਾਨੂੰ ਮਿਥਿਆ ਜਾਪੇਗਾ ਵੀ ਇਹ ਸਭ ਕੁਝ ਮਿਥਿਆ ਹੈ। ਮਿਥਿਆ ਦਾ ਮਤਲਬ ਝੂਠ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਫਿਰ ਸਭ ਕੁਝ ਮਿਥਿਆ ਹੀ ਜਾਪੇਗਾ, ਫਿਰ ਸਭ ਕੁਝ ਮਿਥਿਆ ਹੀ ਪ੍ਰਤੀਤ ਹੋਵੇਗਾ। ਮ੍ਰਿਗ ਤ੍ਰਿਸ਼ਨਾ ਮਨਿੰਦ ਪਛਾਨੋ। ਇਦਾਂ ਸਮਝ ਆਵੇਗੀ ਕਿ ਇਹ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੈ ਜਿਹੜਾ ਕਿਸੇ ਦੀ ਪਿਆਸ ਨਹੀਂ ਬੁਝਾ ਸਕਦਾ। ਅੱਜ ਕੱਲ ਦੀਆਂ ਲੂਆਂ ਚਲਦੀਆਂ ਨੇ ਨਾ, ਜਦੋਂ ਮਾਰੂਸਥਲ ਦੇ ਇਲਾਕਿਆਂ 'ਚ, ਰੇਤਲੇ ਇਲਾਕਿਆਂ 'ਚ, ਤੇ ਦੂਰੋਂ ਰੇਤ ਚਮਕਦੀ ਪਾਣੀ ਪ੍ਰਤੀਤ ਹੁੰਦੀ ਹੈ। ਦੌੜ ਦੌੜ ਕੇ ਹਿਰਨ ਜਾਂਦਾ ਵੀ ਸ਼ਾਇਦ ਪਾਣੀ ਉਹ ਹੋਰ ਪਰੇ, ਹਾਲਾਂਕਿ ਫਿਰ ਦੌੜਦਾ ਦੌੜਦਾ ਹਫ ਜਾਂਦਾ, ਪਰ ਉਹਦੀ ਪਿਆਸ ਨਹੀਂ ਬੁਝਦੀ, ਕਿਉਂਕਿ ਉਹ ਪਾਣੀ ਹੁੰਦਾ ਹੀ ਨਹੀਂ। ਜਦੋਂ ਤੁਸੀਂ ਇਹ ਅਭਿਆਸ ਕਰੋਗੇ, ਮਨ ਨਾਸ਼ ਹੋ ਜਾਏਗਾ। ਫਿਰ ਤੁਹਾਨੂੰ ਇਹ ਸੰਸਾਰ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਪ੍ਰਤੀਤ ਹੋਵੇਗਾ, ਜਿਹੜਾ ਕਿਸੇ ਦਾ ਕੱਖ ਨਹੀਂ ਸਵਾਰਦਾ, ਕੁਝ ਨਹੀਂ ਸਵਾਰਦਾ। ਅਖਲ ਪਦਾਰਥ ਝੂਠੇ ਜਾਣੇ। ਫਿਰ ਸਾਰੇ ਦੇ ਸਾਰੇ ਪਦਾਰਥ ਝੂਠੇ ਜਾਣੋਗੇ। ਕਬਉ ਹੋਤ ਵਾਸ਼ਨਾ ਹਾਨੇ। ਉਸ ਵਕਤ ਫਿਰ ਤੁਹਾਨੂੰ ਦੂਜੀ ਅਵਸਥਾ ਮਿਲੇਗੀ। ਉਹ ਕਿਹੜੀ? ਵਾਸ਼ਨਾਖ ਹੈ। ਪਹਿਲਾਂ ਮਨੋਨਾਸ਼ ਹੋ ਗਿਆ, ਹੁਣ ਵਾਸ਼ਨਾਖ ਹੈ। ਫਿਰ ਮਨ ਦੀਆਂ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਣਗੀਆਂ, ਮਿਟ ਜਾਣਗੀਆਂ। ਨਿਤ ਪ੍ਰਤ ਨਿਰਨੈ ਬ੍ਰਹਮ ਕਰੀਜੈ। ਫਿਰ ਨਿਤਾ ਪ੍ਰਤੀ ਆਪਣੇ ਹਿਰਦੇ ਵਿੱਚ ਬ੍ਰਹਮ ਦਾ ਨਿਰਣੈ ਕਰਨਾ ਕਿ ਮੈਂ ਬ੍ਰਹਮ ਸਰੂਪ ਹਾਂ, ਮੈਂ ਸਰੀਰ ਨਹੀਂ ਹਾਂ, ਮੈਂ ਇਸ ਸਰੀਰ ਤੋਂ ਨਿਆਰਾ, ਇਸ ਸਰੀਰ ਵਿੱਚ ਰਹਿਣ ਵਾਲਾ ਆਤਮਾ ਹਾਂ। ਤਨ ਇੰਦਰੇ ਤੇ ਪਰੇ ਲਖੀਜੈ। ਤਨ ਤੇ ਇੰਦਰੀਆਂ ਤੋਂ ਆਪਣੇ ਆਪ ਨੂੰ ਪਰੇ ਜਾਣਨਾ ਹੈ। ਬੁੱਧ ਕਰ ਉਚਿਤ ਜਾਣ ਬੇ ਆਏ। ਔਰ ਜਿਹੜਾ ਨਿਰਮਲ ਸਤੋਗੁਣ ਦੀ ਅੰਸ਼ ਤੋਂ ਪੈਦਾ ਹੋਈ ਜਿਹੜੀ ਬੁੱਧੀ ਹੈ, ਉਹਦੇ ਕਰਕੇ ਜਿਸ ਸਰੂਪ ਨੂੰ ਜਾਣਿਆ ਜਾਂਦਾ ਹੈ। ਇੰਦਰੇ ਥੂਲ ਨ ਤਿਸ ਕੋ ਲਾਏ। ਆ ਜਿਹੜੀਆਂ ਇੰਦਰੀਆਂ ਨੇ, ਅੱਖਾਂ, ਕੰਨ, ਹੱਥ, ਪੈਰ, ਇਹ ਸਥੂਲ ਨੇ, ਇਹ ਉਹਨੂੰ ਨਹੀਂ ਜਾਣ ਸਕਦੇ ਜਿਹੜਾ ਸੂਖਸ਼ਮ ਸਰੂਪ ਪ੍ਰਮਾਤਮਾ ਹੈ। ਸਤਿਗੁਰ ਸ਼ਬਦ ਸਾਰ ਵੇਦਾਂਤ। ਸਤਿਗੁਰਾਂ ਦਾ ਜਿਹੜਾ ਸ਼ਬਦ ਹੈ, ਜੋ ਗਿਆਨ ਦਾ ਸਾਰ ਹੈ, ਨਿਚੋੜ ਹੈ। ਕਰੋ ਵਿਚਾਰ ਨ ਹੋਏ ਸਖਿਆਤ। ਸ਼ਬਦ ਦੀ ਵਿਚਾਰ ਆਪਣੇ ਹਿਰਦੇ 'ਚ ਕਰਨੀ ਹੈ, ਉਹਦੇ ਨਾਲ ਤੁਹਾਡੇ ਹਿਰਦੇ 'ਚ ਪ੍ਰਮਾਤਮਾ ਦਾ ਸਾਖਸ਼ਾਤਕਾਰ ਹੋਵੇਗਾ। ਛੈ ਹੋਏ ਵਾਸ਼ਨ
मने विनाश। ਏਦਾਂ ਵਾਸ਼ਨਾ ਸ਼ੈ ਹੋ ਜਾਏਗੀ, ਫਿਰ ਮਨੋ ਨਾਸ ਹੋ ਜਾਵੇਗਾ। तीर्थ आत्म ज्ञान प्रकाश। ਔਰ ਅੰਦਰ ਇੱਕ ਐਸਾ ਤੀਰਥ ਪੈਦਾ ਹੋਵੇਗਾ ਜਿਸ ਤੀਰਥ ਨੂੰ ਆਤਮਾ ਦਾ ਗਿਆਨ ਕਹਿੰਦੇ ਹਨ। ਜਿਸ ਤੀਰਥ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕੀਤੀ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਅੰਦਰ ਦਾ ਉਹ ਤੀਰਥ ਜਾਗ ਪਵੇਗਾ, ਅੰਦਰੋਂ ਹੀ ਉਹ ਤੀਰਥ ਪੈਦਾ ਹੋ ਜਾਵੇਗਾ। ਇਹ ਸਹਾਇਕ ਆਪਸ ਮਾਈ। ਇਹ ਤਿੰਨੇ ਇੱਕ ਦੂਜੇ ਦੇ ਸਹਾਇਕ ਨੇ। ਮਨੋਨਾਸ਼, ਵਾਸ਼ਨਾ ਖੈ ਤੇ ਆਤਮ ਗਿਆਨ, ਇਹ ਤਿੰਨੇ ਇੱਕ ਦੂਜੇ ਦੀ ਮਦਦ ਕਰਦੇ ਨੇ, ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਤਿੰਨੇ। ਜੀਵਨ ਮੁਕਤ ਜੋ ਤਾਰੇ ਪਾਈ। ਜਿਹੜਾ ਜੀਵਨ ਮੁਕਤ ਅਵਸਥਾ ਦਾ ਧਾਰਨੀ ਹੈ, ਉਹ ਇਹਨਾਂ ਤਿੰਨਾਂ ਨੂੰ ਧਾਰਨ ਕਰਦਾ ਹੈ। ਜਥਾ ਸ਼ਾਉ ਕੇ ਸੂਬੇ ਤੀਨ। ਹੁਣ ਇਹ ਤਿੰਨੇ ਇੱਕ ਦੂਜੇ ਦੀ ਮਦਦ ਕਿਵੇਂ ਕਰਦੇ ਨੇ, ਉਹ ਵੀ ਉਦਾਹਰਣ ਦੇ ਕੇ ਸਮਝਾਉਂਦੇ। ਕਹਿੰਦੇ ਜਿਵੇਂ ਕਿਸੇ ਬਾਦਸ਼ਾਹ ਦੇ ਅੱਗੇ ਤਿੰਨ ਜਰਨੈਲ ਨੇ, ਕੋਈ ਬਾਦਸ਼ਾਹ ਹੈ, ਉਹਦੇ ਅੱਗੇ ਤਿੰਨ ਸੂਬੇਦਾਰ ਨੇ, ਇੱਕ ਪੰਜਾਬ ਦਾ, ਇੱਕ ਹਿਮਾਚਲ ਦਾ, ਇੱਕ ਹਰਿਆਣੇ ਦਾ। ਇਹ ਤਿੰਨ ਸੂਬਿਆਂ ਦੇ ਤਿੰਨ ਸੂਬੇਦਾਰ ਨੇ, ਇੱਕ ਬਾਦਸ਼ਾਹ ਦੇ ਤਿੰਨ ਸੂਬੇਦਾਰ ਹੋਣ। ਤੀਨੋਂ ਥਲ ਕੋ ਪਠਵਨ ਕੀਨ। ਉਹਨੇ ਤਿੰਨਾਂ ਨੂੰ ਇੱਕ ਜਗ੍ਹਾ ਤੇ ਭੇਜਿਆ। ਤਬ ਤਿੰਨ ਕੋ ਸਿੱਖਿਆ ਸਿਖਰਾਈ। ਉਹਨਾਂ ਤਿੰਨਾਂ ਨੂੰ ਉਹਨੇ ਸਿੱਖਿਆ ਸਿਖਾਈ, ਬਾਦਸ਼ਾਹ ਨੇ ਹਦਾਇਤ ਕੀਤੀ ਤੀਨੋਂ ਮਿਲੋ ਪਰਸਪਰ ਜਾਈ। ਕਿ ਤੁਸੀਂ ਤਿੰਨੇ ਮਿਲ ਕੇ, ਤਿੰਨੇ ਆਪਣੀ ਮਿਲਟਰੀ ਨੂੰ, ਆਪਣੀ ਫੌਜ ਨੂੰ ਇਕੱਠੇ ਕਰਕੇ ਤਿੰਨੇ ਸੂਬੇਦਾਰ ਇਕੱਠੇ ਹੋ ਕੇ ਫਲਾਣੇ ਸੂਬੇ ਦੇ ਉੱਤੇ ਚੜ੍ਹਾਈ ਕਰੋ। ਦੁਸ਼ਮਨ ਬਲੀ ਆਏ ਸਮੁਦਾਈ। ਉੱਥੇ ਜਿਹੜਾ ਦੁਸ਼ਮਣ ਹੈ ਉਹ ਬੜਾ ਬਲੀ ਹੈ, ਉਹ ਤੁਸੀਂ ਤਿੰਨੇ ਜਣੇ ਰਲ ਕੇ ਮਾਰੋਗੇ ਤਾਂ ਮਰੇਗਾ। ਜੇ ਇਕੱਲੇ ਇਕੱਲੇ ਜਾਓਗੇ ਫਿਰ ਨਹੀਂ ਮਾਰ ਸਕੋਗੇ। ਤਿੰਨੇ ਇਕੱਠੇ ਹੋ ਕੇ ਜਾਓਗੇ ਫੌਜ ਲੈ ਕੇ, ਤੁਹਾਡੀ ਤਿੰਨਾਂ ਦੀ ਤਾਕਤ ਇਕੱਠੀ ਹੋਵੇਗੀ, ਫਿਰ ਤੁਸੀਂ ਉਹਨੂੰ ਜਾ ਕੇ ਮਾਰੋਗੇ। ਪ੍ਰਥਮ ਸਿਰੰਦ ਕਰੋ ਤਕਰਾਈ। ਪਹਿਲਾਂ ਜਾ ਕੇ ਤੁਸੀਂ ਸਰਹੰਦ ਦੀ ਤਕੜਾਈ, ਜਿਹੜਾ ਇੱਕ ਮੰਨ ਲਓ ਸਰਹੰਦ ਦਾ ਸੂਬੇਦਾਰ ਸੀ, ਉਹਨੂੰ ਕਿਹਾ ਵੀ ਤੂੰ ਪਹਿਲਾਂ ਸਰਹੰਦ ਦੀ ਤਕੜਾਈ ਕਰਨੀ ਹੈ। ਪੁਨ ਤੀਨੋਂ ਲਵਪੁਰ ਕੋ ਸਾਧ। ਫਿਰ ਤੁਸੀਂ ਤਿੰਨਾਂ ਨੇ ਜਾ ਕੇ ਲਾਹੌਰ ਨੂੰ ਸਾਧਣਾ। ਪਹਿਲਾਂ ਸਰਹੰਦ ਨੂੰ ਸਿੱਧ ਕਰ ਲਿਆ, ਫਿਰ ਤੁਸੀਂ ਤਿੰਨਾਂ ਨੇ ਜਾ ਕੇ ਲਾਹੌਰ ਨੂੰ ਸਿੱਧ ਕਰਨਾ ਹੈ। ਤਸਕਰ ਦੁਸ਼ਟ ਲਿਓ ਸਭ ਬਾਂਧ। ਜਿਹੜਾ ਲਾਹੌਰ ਦੇ ਜਿੰਨੇ ਚੋਰ ਨੇ ਸਾਰਿਆਂ ਨੂੰ ਫੜ ਕੇ, ਸਭ ਨੂੰ ਦੰਡ ਦੇ ਕੇ, ਬੰਨ ਕੇ ਪੂਰਾ ਲਾਹੌਰ ਆਪਣੇ ਕਬਜ਼ੇ 'ਚ ਕਰਕੇ ਪੁਨ ਤੀਨੋਂ ਕਸ਼ਮੀਰ ਸਿਧਾਵੋ। ਫਿਰ ਤੁਸੀਂ ਤਿੰਨਾਂ ਨੇ ਰਲ ਕੇ ਕਸ਼ਮੀਰ ਤੇ ਹਮਲਾ ਕਰਨਾ ਤੇ ਕਸ਼ਮੀਰ ਨੂੰ ਕਾਬੂ ਕਰਨਾ ਹੈ। ਜਿਸ ਕੋ ਸਾਧੋ ਆਪਨ ਬਣਾਵੋ। ਔਰ ਕਸ਼ਮੀਰ ਨੂੰ ਸਾਧ ਕੇ ਆਪਣਾ ਬਣਾਉਣਾ ਹੈ। ਪੁਨ ਤੀਨੋਂ ਗਮਨੋ ਹੋਏ ਜੁਦੇ। ਫਿਰ ਤੁਸੀਂ ਜਦੋਂ ਤਿੰਨੇ ਸ਼ਹਿਰ ਮਾਰ ਲਵੋਗੇ, ਤਿੰਨੇ ਸ਼ਹਿਰ ਜਿੱਤ ਲਓਗੇ, ਸਰਹੰਦ, ਲਾਹੌਰ ਤੇ ਕਸ਼ਮੀਰ ਜਿੱਤ ਲਓਗੇ, ਫਿਰ ਤੁਸੀਂ ਤਿੰਨੇ ਵੱਖਰੇ ਵੱਖਰੇ ਸ਼ਹਿਰਾਂ 'ਚ ਚਲੇ ਜਾਓ ਜੀ। ਪਹਿਲਾਂ ਤਿੰਨੇ ਰਲ ਕੇ ਜਾਓ, ਜਦੋਂ ਜਿੱਤ ਲਓਗੇ ਫਿਰ ਤਿੰਨੇ ਜੁਦੇ ਜੁਦੇ ਵੱਖਰੇ ਵੱਖਰੇ ਜਾਓ। ਤ੍ਰੈਪੁਰ ਕਰੇ ਰਾਜ ਸ਼ੁਭ ਤਦੇ। ਇੱਕ ਜਣਾ ਸਰਹੰਦ ਤੇ ਰਾਜ ਕਰਨ ਲੱਗ ਪਵੇ, ਦੂਜਾ ਲਾਹੌਰ ਤੇ ਤੀਜਾ ਕਸ਼ਮੀਰ ਤੇ। ਹੁਣ ਜੇ ਕੱਲੇ ਕੱਲੇ ਨੂੰ ਭੇਜਦਾ ਵੀ ਪਹਿਲਾਂ ਕੱਲਾ ਕਸ਼ਮੀਰ ਨੂੰ ਇੱਕ ਜਾ ਕੇ ਜਿੱਤ ਲਵੇ, ਇੱਕ ਲਾਹੌਰ ਨੂੰ, ਇੱਕ ਸਰਹੰਦ ਨੂੰ, ਤੇ ਨਹੀਂ ਜਿੱਤ ਸਕਦੇ ਸੀ, ਤਾਕਤ ਥੋੜੀ ਸੀ। ਜਦੋਂ ਤਿੰਨੇ ਰਲ ਗਏ, ਤਿੰਨਾਂ ਨੇ ਰਲ ਕੇ ਆਪਣੀ ਮਿਲਟਰੀ ਇਕੱਠੀ ਕਰਕੇ ਇੱਕ ਇੱਕ ਸ਼ਹਿਰ ਜਿੱਤਦੇ ਗਏ, ਕਬਜ਼ਾ ਕਰਦੇ ਗਏ, ਮੁੜ ਕੇ ਤਿੰਨਾਂ ਨੂੰ ਵੱਖਰਾ ਕਰ ਦਿੱਤਾ। ਵੱਖਰਾ ਕਰਕੇ ਕਿਹਾ ਵੀ ਇੱਕ ਲਾਹੌਰ ਤੇ ਕਬਜ਼ਾ ਕਰ ਲਵੋ ਜਾ ਕੇ, ਇੱਕ ਸਰਹੰਦ ਤੇ ਇੱਕ ਕਸ਼ਮੀਰ ਦੇ ਉੱਤੇ ਜਾ ਕੇ ਜਿੱਤ ਕਰ ਲਵੇ, ਉੱਥੇ ਜਾ ਕੇ ਆਪਣਾ ਰਾਜ ਕਰੇ। ਜੁਦੇ ਜੁਦੇ ਜੇ ਪ੍ਰਥਮ ਸਿਧਾਰੋ। ਜਦੋਂ ਜੇ ਪਹਿਲਾਂ ਵੱਖਰੇ ਵੱਖਰੇ ਚਲੇ ਜਾਂਦੇ ਜਿੱਤਣ ਤੋਂ ਪਹਿਲਾਂ, ਉਸ ਵਕਤ ਹੋਏ ਨਾ ਵਿਜੇ ਕਾਜ ਔਰ ਧਾਰੋ। ਇਹ ਜਿੱਤ ਨਹੀਂ ਸੀ ਸਕਦੇ, ਨਾ ਇਹਨਾਂ ਦਾ ਕੋਈ ਕੰਮ ਸਬਰਨਾ ਸੀ। ਤੀਨੋਂ ਮਿਲੇ ਕਰੋ ਸਭ ਕਾਰ। ਬਾਦਸ਼ਾਹ ਕਹਿੰਦਾ ਤੁਸੀਂ ਤਿੰਨੇ ਮਿਲ ਕੇ ਜਦੋਂ ਇਹ ਕੰਮ ਕਰੋਗੇ, ਰਲ ਕੇ ਤਿੰਨੇ ਜਾਓਗੇ, ਫਿਰ ਤੁਸੀਂ ਜਿੱਤ ਸਕੋਗੇ। ਲਖ ਇਹੋ ਤੀਨੋਂ ਤਿਸੀ ਪ੍ਰਕਾਰ। ਇਸੇ ਤਰ੍ਹਾਂ ਜਿਹੜੇ ਆਹ ਤਿੰਨ ਨੇ ਨਾ, ਵਾਸ਼ਨਾ ਖੈ, ਮਨੋਨਾਸ ਤੇ ਤਤਵ ਗਿਆਨ, ਇਹ ਤਿੰਨ ਸੂਬੇਦਾਰ ਨੇ।
ਇਹਨਾਂ ਤਿੰਨਾਂ ਨੂੰ ਇਕੱਠਿਆਂ ਰੱਖ ਕੇ ਅਸੀਂ ਵਿਕਾਰਾਂ ਨੂੰ ਜਿੱਤਣਾ ਹੈ। ਵਿਕਾਰਾਂ ਦੇ ਜਿਹੜੇ ਦੇਸ਼ ਆਪਣੇ ਅੰਤਸ਼ਕਰਨ ਨੂੰ ਜਿੱਤਣਾ ਹੈ। ਜੇ ਕੱਲਾ ਕੱਲਾ ਕਰੋਗੇ ਫਿਰ ਨਹੀਂ, ਵੀ ਪਹਿਲਾਂ ਮਨੋਨਾਸ਼ ਕਰ ਲਈਏ, ਮੁੜ ਕੇ ਵਾਸ਼ਨਾ ਖੈ ਕਰ ਲਵਾਂਗੇ, ਫਿਰ ਤਤਵ ਗਿਆਨ। ਮਹਾਰਾਜ ਕਹਿੰਦੇ ਤਿੰਨੇ ਇਕੱਠੇ ਰੱਖਣੇ ਪੈਣੇ ਆ। ਜਦੋਂ ਤਿੰਨਾਂ ਨੂੰ ਇਕੱਠਿਆਂ ਰੱਖ ਕੇ ਚੱਲੋਗੇ, ਤ੍ਰਿਪ ਅਗਿਆਨ ਜੋ ਚਮੂ ਵਿਕਾਰ, ਜਿਹੜਾ ਸਾਡੇ ਅੰਦਰ ਅਗਿਆਨ ਰੂਪੀ ਰਾਜ ਹੈ, ਜਿਹਦੀ ਵਿਕਾਰਾਂ ਰੂਪੀ ਫੌਜ ਹੈ, ਉਸ ਫੌਜ ਨੂੰ ਅਗਿਆਨ ਰੂਪੀ ਰਾਜੇ ਸਮੇਤ ਸਭ ਥਲ ਲੀਨੇ ਗੁਣਨ ਵਿਦਾਰ, ਉਹਨੇ ਸਾਡੀਆਂ ਅੰਦਰ ਸਾਰੀਆਂ ਥਾਵਾਂ ਮੱਲੀਆਂ ਹੋਈਆਂ ਗਿਆਨ ਨੇ, ਵਿਕਾਰਾਂ ਦੇ ਫੌਜ ਦੇ ਨਾਲ। ਉਹਨੇ ਸਾਡਾ ਮਨ ਵੀ ਕਾਬੂ ਕੀਤਾ ਹੋਇਆ, ਸਾਡੀ ਬੁੱਧੀ ਵੀ ਕਾਬੂ ਕੀਤੀ ਹੋਈ ਹੈ, ਸਾਡੇ ਤੇ ਕਬਜ਼ਾ ਕਰੀ ਬੈਠਾ ਹੈ ਉਹ। ਖੈ ਵਾਸ਼ਨ ਅਰ ਮਨ ਕੋ ਨਾਸ਼, ਜਦੋਂ ਵਾਸ਼ਨਾ ਖੈ ਮਨੋ ਨਾਸ, ਇਹ ਦੋ ਸੂਰਮੇ। ਤਤਵ ਗਿਆਨ ਇਨ ਕਰ ਅਭਿਆਸ, ਤੀਜਾ ਤਤਵ ਗਿਆਨ, ਇਹਨਾਂ ਤਿੰਨਾਂ ਦਾ ਅਭਿਆਸ ਕਰਕੇ, ਤਿੰਨਾਂ ਚੀਜ਼ਾਂ ਨੂੰ ਇੱਕ ਜਗ੍ਹਾ ਤੇ ਰੱਖ ਕੇ, ਤਿੰਨਾਂ ਦਾ ਅਭਿਆਸ ਕਰਕੇ, ਸਾਸ ਸਾਸ ਸਿਮਰੋ ਸਤਨਾਮ, ਜਦੋਂ ਇਹਨਾਂ ਤਿੰਨਾਂ ਨੂੰ ਇਕੱਠਿਆਂ ਰੱਖ ਕੇ ਸਵਾਸ ਸਵਾਸ ਜਪੋਗੇ ਸਤਨਾਮ ਸ੍ਰੀ, ਜਦੋਂ ਸਵਾਸ ਸਵਾਸ ਜਪੋਗੇ, ਬਾਰ-ਬਾਰ ਜਪੋਗੇ, ਸ਼ਬਦ ਵਿਚਾਰ ਲਓ ਬਿਸਰਾਮ, ਤੁਸੀਂ ਸ਼ਬਦ ਦੀ ਵਿਚਾਰ ਕਰਕੇ ਫਿਰ ਵਿਸ਼ਰਾਮ ਕਰੋਗੇ। ਮੁੜ ਕੇ ਫਿਰ ਤਿੰਨੇ ਵੱਖਰੇ ਵੱਖਰੇ ਵੀ ਹੋ ਜਾਣ ਤਾਂ ਕੋਈ ਗੱਲ ਨਹੀਂ, ਪਰ ਪਹਿਲਾਂ ਇਹਨਾਂ ਤਿੰਨਿਆਂ ਨੂੰ ਇਕੱਠਿਆਂ ਕਰਕੇ ਤੁਸੀਂ ਨਾਮ ਜਪਣਾ, ਔਰ ਜਪਣਾ ਵੀ ਸਵਾਸ ਸਵਾਸ ਹੈ, ਬਾਰ-ਬਾਰ ਵਾਹਿਗੁਰੂ 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 ਬਾਰ-ਬਾਰ ਜਪਣਾ। ਸਵੇਰੇ ਵੀ ਦਾਸ ਨੇ ਬੇਨਤੀ ਕੀਤੀ ਸੀ ਕਥਾ ਵਿੱਚ, ਵਾਹਿਗੁਰੂ ਵਾਹਿਗੁਰੂ ਕਹਿਣ ਨਾਲ ਕੀ ਵਾਹਿਗੁਰੂ ਕੋਲ ਆ ਜਾਂਦਾ। ਜੇ ਲੱਡੂ ਲੱਡੂ ਕਿਹਾ, ਲੱਡੂ ਕੋਲ ਨਹੀਂ ਆਉਂਦਾ। ਆਪਾਂ ਹੁਣ ਬੈਠੇ ਇੱਥੇ ਕਹੀਏ ਲੱਡੂ, ਆ ਜਾਏਗਾ ਕੋਲ? ਕੋਈ ਅੰਬ ਅੰਬ ਕਹਿਣ ਲੱਗ ਪਵੇ ਤੇ ਅੰਬ ਕਹਿੰਦੇ ਅੰਬ ਕੋਲ ਤਾਂ ਨਹੀਂ ਆ ਜਾਣਾ ਆਪਣੇ ਆਪ। ਤੇ ਵਾਹਿਗੁਰੂ ਕਹਿੰਦੇ ਆ, ਵਾਹਿਗੁਰੂ ਆ ਜਾਂਦਾ ਫਿਰ। ਜੇ ਲੱਡੂ ਕਿਹਾ ਲੱਡੂ ਕੋਲ ਨਹੀਂ ਆਉਂਦਾ, ਤੇ ਵਾਹਿਗੁਰੂ ਕਿਹਾ ਵਾਹਿਗੁਰੂ ਕੋਲ ਕਿਵੇਂ ਆ ਸਕਦਾ? ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਰਨ ਦਾ ਕੋਈ ਫਾਇਦਾ ਨਹੀਂ। ਇਹ ਪ੍ਰਚਾਰ ਅੱਜ ਕੱਲ ਦੇ ਸਾਡੇ ਪ੍ਰਚਾਰਕ ਕਰ ਰਹੇ। ਥੋੜੇ ਕੋਈ ਸਵਾਲ ਸਾਡੇ ਤੇ ਕਰੇ, ਕੀ ਜਵਾਬ ਦੇਾਂਗੇ? ਲੱਡੂ ਜੜ ਹੈ, ਅੰਬ ਜੜ ਹੈ, ਉਹਨੂੰ ਆਵਾਜ਼ ਮਾਰੋਗੇ ਉਹ ਸੁਣਦਾ ਨਹੀਂ, ਸਾਡੇ ਕੋਲ ਆ ਨਹੀਂ ਸਕਦਾ। ਪਰ ਵਾਹਿਗੁਰੂ ਚੇਤਨ ਹੈ, ਉਹਨੂੰ ਆਵਾਜ਼ ਮਾਰੋਗੇ ਉਹ ਸੁਣੇਗਾ, ਔਰ ਸੁਣ ਕੇ ਕੋਲ ਵੀ ਆਵੇਗਾ। ਚਲੋ ਇੱਥੇ ਨੇੜੇ ਦੀ ਉਦਾਹਰਣ, ਆਪਣੀ ਅੱਖਾਂ ਦੇ ਸਾਹਮਣੇ ਦੀ ਕੋਈ ਉਦਾਹਰਣ ਲੈ ਲਈ। ਆਹ ਸਾਹਮਣੇ ਫੁੱਲਾਂ ਦਾ ਗੁਲਦਸਤਾ ਪਿਆ, ਮੈਂ ਇੱਥੇ ਬੈਠਾ ਕਵਾਂ ਗੁਲਦਸਤਾ ਗੁਲਦਸਤਾ ਇੱਧਰ ਆ ਜਾ, ਕੀ ਆਵੇਗਾ? ਇੱਧਰ ਨਹੀਂ ਆਉਣਾ, ਕਿਉਂਕਿ ਜੜ ਹੈ। ਪਰ ਤੁਹਾਡੇ ਵਿੱਚ ਬੈਠੇ ਨੂੰ ਕਿਸੇ ਨੂੰ ਆਵਾਜ਼ ਮਾਰਾਂ ਕਿ ਭਾਈ ਸਾਹਿਬ ਇੱਥੇ ਆਓ, ਚੱਲ ਕੇ ਆ ਜਾਓਗੇ ਨਾ ਟੁਰ ਕੇ? ਤੁਸੀਂ ਕਿਉਂ ਆ ਜਾਓਗੇ? ਕਿਉਂਕਿ ਤੁਸੀਂ ਚੇਤਨ ਹੋ, ਤੁਸੀਂ ਸੁਣ ਲਿਆ, ਤੁਸੀਂ ਆ ਜਾਓਗੇ। ਅੰਬ ਲੱਡੂ ਇਹ ਚੀਜ਼ਾਂ ਜੜ ਨੇ, ਇਹ ਸੁਣਦੀਆਂ ਨਹੀਂ, ਰੱਬ ਸੁਣਦਾ। ਇਸ ਕਰਕੇ ਉਹਨੂੰ ਜਦੋਂ ਪੁਕਾਰਦੇ ਆ ਉਹ ਕੋਲ ਆ ਜਾਂਦਾ ਹੈ। ਉਹ ਫਿਰ ਕੋਲ ਆ ਜਾਂਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਫਿਰ ਤਾਂ ਹੀ ਅਵਸਥਾ ਬਣਦੀ ਹੈ। ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਆਹ ਫਾਇਦਾ ਕਿ ਵਾਹਿਗੁਰੂ ਕਹੀਏ ਤੇ ਵਾਹਿਗੁਰੂ ਕੋਲ ਆ ਜਾਂਦਾ। ਜੇ ਵਾਹਿਗੁਰੂ ਦਾ ਨਾਂ ਲਿਆ, ਮੱਖਣ ਸ਼ਾਹ ਲੁਬਾਣੇ ਨੇ ਸਮੁੰਦਰ ਵਿੱਚ ਵਾਹਿਗੁਰੂ ਗਏ ਨਾ, ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਉਹਦਾ ਬੇੜਾ ਬੰਨੇ ਲਾਇਆ ਨਾ, ਕਿੱਥੇ ਸੀ ਉਹ? ਚੇਤਨ ਸੀ ਤਾਂ ਹੀ ਗਏ ਨੇ ਨਾ। ਇਸ ਕਰਕੇ ਭਾਈ ਇਹੋ ਜਿਹੇ ਸ਼ੰਕੇ ਪਾਉਣ ਵਾਲਿਆਂ ਤੋਂ ਸੁਚੇਤ ਰਹੋ, ਜਿਹੜੇ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੋਈ ਫਾਇਦਾ ਨਹੀਂ। ਉਹਨਾਂ ਤੋਂ ਸੁਚੇਤ ਰਹੋ। ਸਾਡੀ ਅਧਿਆਤਮਕਤਾ ਨੂੰ, ਸਾਡੀ ਧਾਰਮਿਕਤਾ ਨੂੰ, ਸਾਡੇ ਅੰਦਰ ਦੇ ਜਗਿਆਸਾ ਭਾਵ ਨੂੰ ਖਤਮ ਕਰਨਾ ਚਾਹੁੰਦੇ ਆ, ਨਾਸਤਕ ਬਣਾਉਣਾ ਚਾਹੁੰਦੇ ਆ। ਖੈਰ, ਮਹਾਰਾਜ ਜੀ ਕਹਿੰਦੇ ਸਵਾਸ ਸਵਾਸ ਸੱਚੇ ਨਾਮ ਨੂੰ ਸਿਮਰੋ। ਗੁਰਬਾਣੀ ਵੀ ਬਾਰ-ਬਾਰ ਇਹੀ ਕਹਿੰਦੀ ਆ, ਨਾਮ ਸਿਮਰੋ।
ਸ਼ਬਦ ਵਿਚਾਰ ਲਓ ਬਿਸਰਾਮ ਸ਼ਬਦ ਦੀ ਵਿਚਾਰ ਕਰਕੇ ਆਪਣੇ ਮਨ ਨੂੰ ਟਿਕਾਓ। ਸੁਨ ਸਗਰੇ ਮਨ ਆਨੰਦ ਪਾਏ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰੇ ਆਨੰਦਿਤ ਹੋ ਗਏ। ਤਿਮ ਕੀ ਨਸ ਜਿਮ ਗੁਰੂ ਬਤਾਏ ਜਿਵੇਂ ਸਤਿਗੁਰੂ ਜੀ ਨੇ ਦੱਸਿਆ ਸੀ ਉਸੇ ਤਰ੍ਹਾਂ ਹੀ ਕਰਨ ਲੱਗੇ। ਜੈਤ ਸਿੰਘਾਰੂ ਜੁਗ ਸਿੱਖ ਪਾਰੀ ਭਾਈ ਜੈਤ ਭਾਈ ਸ਼ਿੰਗਾਰੂ ਇਹ ਦੋ ਸਿੱਖ ਬੜੇ ਸੂਰਮੇ ਯੋਧੇ ਹਨ। ਜੋਦਾ ਬੜੇ ਨਿਰਭੈ ਉਪਕਾਰੀ ਭਾਈ ਜੈਤ ਤੇ ਭਾਈ ਸ਼ਿੰਗਾਰੂ ਬੜੇ ਵੱਡੇ ਯੋਧੇ ਨੇ, ਉਹ ਨਿਰਭੈ ਤੇ ਉਪਕਾਰੀ ਹਨ। ਸ਼੍ਰੀ ਅਰਜਨ ਤਿਨ ਸੰਗ ਉਚਾਰਾ ਇਹ ਗੁਰੂ ਅਰਜਨ ਦੇਵ ਸਾਹਿਬ ਕੋਲ ਆਏ। ਮਹਾਰਾਜ ਜੀ ਨੇ ਇਹਨਾਂ ਨੂੰ ਬਚਨ ਕੀਤਾ। ਹਮ ਸਰੂਪ ਜੋ ਖਸ਼ਟਮ ਤਾਰਾ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜਾ ਅਸੀਂ 6ਵਾਂ ਰੂਪ ਧਾਰਨ ਕੀਤਾ ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਵਿੱਚ ਤਰੇ ਸ਼ਸਤਰ ਦੇ ਦੁਸ਼ਟਨ ਦੰਡ 6ਵਾਂ ਰੂਪ ਜਿਹੜਾ ਅਸੀਂ ਧਾਰਨ ਕੀਤਾ ਉਹਦੇ ਵਿੱਚ ਅਸੀਂ ਸ਼ਸਤਰ ਧਾਰਨ ਕਰਕੇ ਦੁਸ਼ਟਾਂ ਨੂੰ ਦੰਡ ਦੇਣਾ, ਦੁਸ਼ਟਾਂ ਦਾ ਨਾਸ ਕਰਨਾ 6ਵੇਂ ਜਾਮੇ ਵਿੱਚ। ਕਰੇ ਤੁਰਕ ਗਨ ਕੋ ਖੰਡ ਖੰਡ ਤੁਰਕਾਂ ਦਾ ਖੰਡ ਖੰਡ ਕਰਾਂਗੇ, ਮਲੇਛਾਂ ਦਾ ਨਾਸ ਕਰਾਂਗੇ। ਆਯੁਧ ਵਿਦਿਆ ਕਰ ਅਭਿਆਸ ਔਰ ਸ਼ਸਤਰ ਵਿਦਿਆ ਦਾ ਅਭਿਆਸ ਕਰਾਂਗੇ ਤੇ ਅੱਗੇ ਆਪਣੇ ਸੂਰਮਿਆਂ ਸਿੱਖਾਂ ਕੋਲੋਂ ਕਰਵਾਵਾਂਗੇ। ਮੀਰਨ ਕੀ ਮੀਰੀ ਲੈ ਪਾਸ 6ਵੇਂ ਜਾਮੇ ਚ ਮੀਰਾਂ ਦੀ ਮੀਰੀ ਹਰ ਲਵਾਂਗੇ, ਲੈ ਲਵਾਂਗੇ। ਸ਼ਬਦ ਪ੍ਰੀਤ ਕਰ ਚਿਤ ਇਮ ਦੇ ਔਰ ਸ਼ਬਦ ਪ੍ਰੀਤ ਕਰਕੇ ਆਪਣਾ ਚਿੱਤ ਇਸ ਤਰ੍ਹਾਂ ਦੇਵਾਂਗੇ। ਪੀਰਨ ਕੀ ਪੀਰੀ ਹਰ ਲੈ ਔਰ ਪੀਰਾਂ ਦੀ ਪੀਰੀ ਵੀ ਹਰ ਲਵਾਂਗੇ। ਰਿਪ ਕੋ ਲਵਣ ਖਾਤ ਐ ਜੋਏ ਜਿਹੜੇ ਕਿਸੇ ਆਪਣੇ ਰਾਜੇ ਦਾ ਬਾਦਸ਼ਾਹ ਦਾ ਲੂਣ ਖਾਂਦੇ ਹਨ ਨਿਜ ਸਰੀਰ ਕੋ ਅਰਪੈ ਸੋਏ ਉਹ ਆਪਣਾ ਸਰੀਰ ਆਪਣੇ ਉਸ ਰਾਜੇ ਨੂੰ ਅਰਪ ਦਿੰਦੇ ਨੇ ਜਿਹਦਾ ਉਹ ਲੂਣ ਖਾਂਦੇ ਹਨ। ਹਲਤ ਪਲਤ ਮੈਂ ਹਮ ਸੁਖ ਦੇ ਹੈ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਆ ਕੇ ਸਾਡੀ ਸ਼ਰਨ 'ਚ ਪੈ ਕੇ ਸ਼ਸਤਰਧਾਰੀ ਸੂਰਮਾ ਬਣ ਕੇ ਆਪਣਾ ਆਪ ਸਾਡੇ ਕੋਲ ਅਰਪੇਗਾ 6ਵੇਂ ਜਾਮੇ 'ਚ, ਮਹਾਰਾਜ ਜੀ ਕਹਿੰਦੇ ਉਹਨੂੰ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੁਖ ਬਖਸ਼ਾਂਗੇ। ਇਹਾ ਇਹਾ ਭੁਗਤ ਉਤ ਮੁਕਤੀ ਪੈ ਹੈ ਇੱਥੇ ਭੁਗਤੀ ਤੇ ਉੱਥੇ ਮੁਕਤੀ ਪ੍ਰਦਾਨ ਕਰਾਂਗੇ। ਮਹਾਘੋਰ ਕਲ ਯੁਗ ਕੋ ਕਾਲ ਮਹਾਘੋਰ ਜਿਹੜਾ ਕਲਯੁਗ ਦਾ ਸਮਾਂ ਭਿਆਨਕ ਹੈ, ਨਿਜ ਸਿੱਖ ਨਾਮ ਲਹਿ ਸੰਭਾਲ ਇਸ ਸਮੇਂ ਵਿੱਚ ਅਸੀਂ ਆਪਣੇ ਸਿੱਖਾਂ ਦੀ ਸੰਭਾਲ ਕਰਾਂਗੇ। ਤੁਮ ਅਬ ਹਰ ਗੋਬਿੰਦ ਟਿਕ ਰਹੀਏ ਜਾਓ ਭਾਈ ਜੈਤਾ ਜੀ, ਭਾਈ ਸਿੰਗਾਰੂ ਜੀ, ਤੁਸੀਂ ਹੁਣ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਓ, ਉਹਨਾਂ ਦੇ ਕੋਲ ਰਿਹਾ ਕਰੋ। ਜੰਗੀ ਤਿਆਰੀ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਹੁੰਦਿਆਂ ਹੀ ਸ਼ੁਰੂ ਕਰਵਾ ਦਿੱਤੀ ਸੀ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਕੋਲ ਜਾਓ। ਆਗੇ ਅਮਾਨ ਸਰਬ ਸੁਖ ਲਈਏ ਉਹਨਾਂ ਦੀ ਆਗਿਆ ਮੰਨ ਕੇ, ਉਹਨਾਂ ਦੇ ਚਰਨਾਂ ਦੀ ਸ਼ਰਣ ਵਿੱਚ ਰਹਿ ਕੇ ਉਹਨਾਂ ਦੀ ਆਗਿਆ ਅਨੁਸਾਰ ਚੱਲੋ। ਤਿਨ ਕੇ ਸੰਗ ਯੁੱਧ ਕੋ ਕਰਕੇ ਉਹਨਾਂ ਨੇ 6ਵੇਂ ਜਾਮੇ ਵਿੱਚ ਅਸੀਂ ਯੁੱਧ ਲੜਨੇ ਨੇ, ਜੰਗ ਕਰਨੇ, ਤੁਸੀਂ ਨਾਲ ਰਹਿ ਕੇ ਯੁੱਧ ਲੜਨੇ ਹਨ। ਤੁਰਕਨ ਹਤੋ ਸ਼ਸਤਰ ਕਰ ਧਰ ਕੇ ਔਰ ਤੁਰਕਾਂ ਦਾ ਮਲੇਛਾਂ ਦਾ ਸ਼ਸਤਰ ਧਾਰਨ ਕਰਕੇ ਨਾਸ਼ ਕਰਨਾ ਹੈ। ਹਾਥ ਜੋਰ ਸੋ ਮਾਨਤ ਪਏ ਹੱਥ ਜੋੜ ਕੇ ਸਤਿਗੁਰਾਂ ਦੇ ਬਚਨ ਇਹਨਾਂ ਦੋਨਾਂ ਨੇ ਮੰਨ ਲਏ। ਸ਼੍ਰੀ ਹਰਿ ਗੋਬਿੰਦ ਟਿਕ ਚੱਲ ਗਏ ਇਹ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ ਹਨ। ਰਹੇ ਸਮੀਪ ਸ਼ਸਤਰ ਧਰ ਸੂਰੇ ਮਹਾਰਾਜ ਜੀ ਦੇ ਕੋਲ ਆ ਕੇ ਰਹੇ ਸ਼ਸਤਰ ਧਾਰਨ ਕਰਕੇ ਵਿਦਿਆ ਅਭਿਆਸੇ ਗੁਰ ਪੂਰੇ ਔਰ ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਕੇ ਕਿਤਕ ਕਾਲ ਬੀਤਿਓ ਜੋ ਟਿਕ ਰਹੇ ਸਤਿਗੁਰਾਂ ਕੋਲ ਰਹਿੰਦਿਆਂ ਕੁਝ ਸਮਾਂ ਇਹਨਾਂ ਦਾ ਬਤੀਤ ਹੋਇਆ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ। ਲੈ ਪਰਵਾਨਗੀ
ਗੁਰ ਕੇ ਕਹੇ ਸਤਿਗੁਰਾਂ ਦੇ ਆਗਿਆ ਮੁਤਾਬਕ ਮਹਾਰਾਜ ਜੀ ਦੀ ਪ੍ਰਵਾਨਗੀ ਲੈ ਕੇ ਆਪਣੇ ਸਦਨ ਰਹੇ ਦੋਏ ਮਾਸ ਇਹ ਘਰ ਗਏ, ਛੁੱਟੀ ਲੈ ਕੇ 2 ਮਹੀਨਿਆਂ ਦੀ ਛੁੱਟੀ ਲੈ ਕੇ ਘਰ ਰਹੇ। ਇੱਕ ਜੋਗੀ ਮਿਲ ਕਰ ਤਿੰਨ ਪਾਸ ਇਹਨਾਂ ਨੂੰ ਘਰ ਗਿਆਂ ਨੂੰ ਕਿਤੇ ਇੱਕ ਯੋਗੀ ਮਿਲਿਆ, ਭਾਈ ਸ਼ਿੰਗਾਰੂ ਤੇ ਭਾਈ ਜੈਤ ਜੀ ਨੂੰ। ਭਇਓ ਪ੍ਰਸੰਨ ਰਸਾਇਣ ਦੀਨ ਉਹ ਯੋਗੀ ਨੇ ਪ੍ਰਸੰਨ ਹੋ ਕੇ ਇੱਕ ਰਸਾਇਣ ਦਿੱਤਾ ਇਹਨਾਂ ਦੋਨਾਂ ਨੂੰ। ਇੱਕ ਬਿਲ ਭਰਿਓ ਹਰਖ ਕਰ ਲੀਨ ਇੱਕ ਬਿੱਲ ਦਾ ਖੋਲ ਹੁੰਦਾ ਨਾ, ਉਹ ਭਰਿਆ ਹੋਇਆ ਸੀ ਰਸਾਇਣ ਨਾਲ। ਉਹ ਰਸਾਇਣ ਪਾਰਾ ਮਾਰ ਕੇ ਬਣਾਇਆ ਜਾਂਦਾ, ਪਾਰਾ ਮਾਰਨਾ ਬੜਾ ਔਖਾ ਹੁੰਦਾ, ਜਦੋਂ ਮਾਰ ਲਿਆ ਜਾਂਦਾ ਬੜੀ ਵਧੀਆ ਦਵਾਈ ਬਣਦੀ ਹੈ ਉਹਦੀ, ਉਹਨੂੰ ਰਸਾਇਣ ਕਹਿੰਦੇ ਨੇ। ਉਹ ਰਸਾਇਣ ਮਾਰਿਆ ਹੋਇਆ ਬਿੱਲ ਵਿੱਚ ਪਾ ਕੇ ਯੋਗੀ ਨੇ ਇਹਨਾਂ ਦੋਨਾਂ ਨੂੰ ਦਿੱਤਾ। ਸੋ ਵਿਚਾਰ ਕਰ ਟਿਕ ਲੈ ਆਏ ਇਹਨਾਂ ਨੇ ਵਿਚਾਰ ਕੀਤੀ ਕਿ ਸਾਡੇ ਕਿਹੜੇ ਕੰਮ ਦਾ ਸਤਿਗੁਰਾਂ ਨੂੰ ਭੇਟ ਕਰਦੇ ਆ। ਮਹਾਰਾਜ ਜੀ ਕੋਲ ਗੁਰੂ ਹਰਗੋਬਿੰਦ ਸਾਹਿਬ ਕੋਲ ਲੈ ਆਏ। ਗੁਰ ਕਸ਼ਟਮ ਕੋ ਸੋ ਅਰ ਪਾਏ ਰਸਾਇਣ ਨਾਲ ਭਰਿਆ ਹੋਇਆ ਉਹ ਬਿੱਲ ਜਿਹੜਾ ਸੀ ਖੋਲ ਬਿੱਲ ਦਾ, ਉਹ ਮਹਾਰਾਜ 6ਵੇਂ ਪਾਤਸ਼ਾਹ ਕੋਲ ਆ ਕੇ ਦਰਸ਼ਨ ਕਰਕੇ ਭੇਟ ਕੀਤਾ। ਲਗੇ ਸੁਨਾਵਨ ਗੁਣ ਏ ਭਾਰੇ ਜਿਵੇਂ ਯੋਗੀ ਨੇ ਦੱਸਿਆ ਸੀ ਵੀ ਇਹ ਰਸਾਇਣ ਕਿੰਨੇ ਗੁਣਕਾਰੀ ਹੈ, ਉਵੇਂ ਮਹਾਰਾਜ ਜੀ ਨੂੰ ਦੱਸਣ ਲੱਗੇ। ਦਿਓ ਸਿੱਖ ਨੇ ਪਾਰਦ ਮਾਰੇ ਕਹਿਣ ਲੱਗੇ ਮਹਾਰਾਜ ਜੀ ਇਹ ਪਾਰਾ ਹੈ ਮਾਰਿਆ ਹੋਇਆ, ਇੱਕ ਸਿੱਧ ਪੁਰਸ਼ ਨੇ ਮਾਰ ਕੇ ਦਿੱਤਾ ਹੈ। ਪਾਵਨ ਤੋਲੇ ਰੱਤੀ ਪਾਓ ਮਹਾਰਾਜ 52 ਤੋਲੇ ਤੇ ਰੱਤੀ ਜਿੰਨਾ ਇਹਦੇ ਵਿੱਚ ਪਾਇਆ ਹੋਇਆ ਹੈ। ਸੁੰਦਰ ਕੰਚਨ ਕਰਤ ਸੁਹਾਓ ਮਹਾਰਾਜ ਜੀ ਇਹ ਬੜਾ ਸੁੰਦਰ ਹੈ, ਕਾਇਆ ਨੂੰ ਕੰਚਨ ਵਰਗਾ ਕਰ ਦਿੰਦਾ ਹੈ। ਇੱਕ ਚਾਵਰ ਪਰ ਨਰ ਜੇ ਖਾਵੇ ਜੇ ਮਹਾਰਾਜ ਜੀ ਇੱਕ ਚਾਵਲ ਦੇ ਦਾਣੇ ਜਿੰਨਾ ਕੋਈ ਇਹਨੂੰ ਖਾ ਲਵੇ, ਚਾਵਲ ਦੇ ਦਾਣੇ ਜਿੰਨਾ ਇਹ ਰਸਾਇਣ ਕੋਈ ਖਾ ਲਵੇ, ਛੁਦਾ ਸਵਾ ਮਣ ਕੀ ਹੋਏ ਜਾਵੇ ਉਹ ਸਵਾ ਮਣ ਭੋਜਨ ਖਾ ਕੇ ਵੀ ਆਪਣੇ ਸਰੀਰ 'ਚ ਹਜਮ ਕਰ ਲੈਂਦਾ। ਇੰਨੀ ਇਹਦੇ 'ਚ ਤਾਕਤ ਹੈ ਵੀ ਜੇ ਚਾਵਲ ਜਿੰਨਾ ਵੀ ਕੋਈ ਖਾ ਲਵੇ ਇਹਨੂੰ ਮਾਰੇ ਹੋਏ ਨੂੰ, ਤੇ ਸਵਾ ਮਣ ਭੋਜਨ। ਹੁਣ ਮਣ ਜਿਹੜਾ ਪੁਰਾਣੇ ਸਮਿਆਂ ਦੇ ਵਿੱਚ ਉਹ ਕਦੇ 20 ਕਿਲੋ ਦਾ ਵੀ ਰਿਹਾ, 40, ਹੁਣ ਅੱਜ ਕੱਲ 40 ਕਿਲੋਆਂ ਦਾ ਮਣ ਹੁੰਦਾ। ਕਿਸੇ ਸਮੇਂ 7 ਕਿਲੋ ਦਾ ਵੀ, 7.5 ਸੇਰ ਦਾ ਵੀ ਮਣ ਰਿਹਾ। ਹੁਣ ਇਹ ਮਣ ਬਾਰੇ ਪੂਰਨ ਤੌਰ ਤੇ ਨਹੀਂ ਕਿਹਾ ਜਾ ਸਕਦਾ। ਖੈਰ ਉਹ ਇਹ ਕਹਿ ਰਹੇ ਨੇ ਕਿ ਚਾਵਲ ਜਿੰਨਾ ਕੋਈ ਖਾ ਲਵੇ, ਸਵਾ ਮਣ ਭੋਜਨ ਖਾ ਕੇ ਉਹਨੂੰ ਹਜਮ ਕਰ ਸਕਦਾ, ਇੰਨੀ ਇਹਦੇ 'ਚ ਤਾਕਤ ਹੈ। ਗੱਜ ਸਮ ਬਲ ਕੋ ਧਾਰਨ ਕਰੇ ਇਹਨੂੰ ਖਾ ਕੇ ਸਰੀਰ ਵਿੱਚ ਹਾਥੀ ਜਿੰਨੀ ਤਾਕਤ ਆ ਜਾਂਦੀ ਹੈ, ਹਾਥੀ ਜਿੰਨੀ ਜਾਨ ਆ ਜਾਂਦੀ ਹੈ। ਰੋਗ ਸਰਬਤਨ ਕੇ ਪਰ ਹਰੇ ਹੁਣ ਜਦੋਂ ਇੰਨਾ ਭੋਜਨ ਸਰੀਰ 'ਚ ਹਜਮ ਹੋਏਗਾ ਫਿਰ ਉਹਦੀ ਤਾਕਤ ਤਾਂ ਬਣਨੀ ਹੈ, ਤੇ ਕਹਿੰਦੇ ਸਾਰੇ ਰੋਗ ਸਰੀਰ ਦੇ ਦੂਰ ਹੋ ਜਾਂਦੇ ਨੇ ਇਹਦੇ ਨਾਲ। ਸ਼੍ਰੀ ਹਰਿ ਗੋਬਿੰਦ ਉਚਰਿਓ ਤਿਨ ਕੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਤੇ ਵੇਖ ਕੇ ਬੋਲੇ, ਜਿਨ ਮਾਰਿਓ ਭਾਰਤ ਸਮ ਮਨ ਕੋ। ਮਹਾਰਾਜ ਜੀ ਕਹਿਣ ਲੱਗੇ ਸਿੱਖੋ ਇਹ ਮਨ ਵੀ ਪਾਰਾ ਹੈ। ਆ ਜਿਹੜਾ ਮਨ ਹੈ ਨਾ ਇਹ ਵੀ ਪਾਰਾ ਹੈ। ਜਿਵੇਂ ਪਾਰਾ ਨਹੀਂ ਨਾ ਟਿਕਦਾ ਇੱਕ ਜਗ੍ਹਾ ਤੇ, ਉਹਨੂੰ ਥਾਲੀ 'ਚ ਰੱਖ ਦਿਓ ਗੋਲੀ ਜੀ ਬਣ ਕੇ ਕਦੇ ਇੱਧਰ ਕਦੇ ਇੱਧਰ, ਮਨ ਵੀ ਪਾਰੇ ਵਾਂਗੂ ਹੀ ਹੈ, ਇਹ ਵੀ ਨਹੀਂ ਟਿਕਦਾ। ਕਹਿੰਦੇ ਜਿਨ੍ਹਾਂ ਨੇ ਮਨ ਰੂਪੀ ਪਾਰਾ ਮਾਰ ਲਿਆ, ਪਾਰੇ ਸਾਥ ਨ ਸੋਹਿਤ ਤਰਤ ਫਿਰ ਉਹ ਇਸ ਪਾਰੇ ਨਾਲ ਹਿੱਤ ਨਹੀਂ ਕਰਦੇ ਵੀ ਆਹ ਪਾਰਾ ਮਾਰਿਆ ਹੋਇਆ, ਇਹਦੇ ਨਾਲ ਉਹਨਾਂ ਦਾ ਪਿਆਰ ਨਹੀਂ ਹੁੰਦਾ। ਜੋ ਤਾਂਬੇ ਤੇ ਕੰਚਨ ਕਰਤ ਜਿਨ੍ਹਾਂ ਨੇ ਮਨ ਰੂਪੀ ਪਾਰੇ ਨੂੰ ਮਾਰ ਲਿਆ, ਉਹ ਤਾਂਬੇ ਨੂੰ ਵੀ ਸੋਨਾ ਬਣਾ ਲੈਂਦੇ ਹਨ। ਮਨ ਮਾਰੇ ਗੁਣ ਪਾਏ ਅਨੂਪ ਮਨ ਨੂੰ ਮਾਰ ਕੇ ਅਨੂਪ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਜੀਵ ਬਨੇ ਪਰਮੇਸ਼ਰ ਰੂਪ ਉਹਦੇ ਜੀਵ ਪਰਮੇਸ਼ਰ ਰੂਪ ਹੋ ਜਾਂਦਾ। ਖਾਲਸਾ ਜੀ ਜਿਹੜਾ ਇਹ ਰਸਾਇਣ ਹੈ ਤਾਂਬੇ ਨੂੰ ਸੋਨਾ ਬਣਾ ਦਿੰਦਾ, ਜਿਹੜਾ ਇਹ ਪਾਰਾ ਹੈ। ਜਦੋਂ ਕਹਿੰਦੇ ਕੋਈ ਮਾਰ ਕੇ ਉਹਨੂੰ ਰਸਾਇਣ ਬਣਾਇਆ ਜਾਂਦਾ, ਉਹਦੇ ਨਾਲ ਤਾਂਬੇ ਨੂੰ ਵੀ ਸੋਨਾ ਕਰ ਲੈਂਦੇ ਆ ਬਣਾਉਣ ਵਾਲੇ। ਮਹਾਰਾਜ ਜੀ ਕਹਿੰਦੇ ਜਿਹੜਾ ਮਨ ਮਾਰ ਲਿਆ ਉਹ ਸਾਰੇ ਗੁਣਾਂ ਨੂੰ ਪ੍ਰਾਪਤ ਕਰ ਲੈਂਦੇ ਹਨ। ਤਉ ਕਾਮਨਾ ਪੁਰੇ ਤੁਮਾਰੀ ਮਹਾਰਾਜ ਜੀ ਕਹਿੰਦੇ ਸਾਡੇ ਕਿਸੇ ਕੰਮ ਦਾ ਨਹੀਂ ਇਹ, ਚਲੋ ਫਿਰ ਵੀ ਤੁਸੀਂ ਲੈ ਆਏ ਹੋ, ਤੁਹਾਡੀ ਕਾਮਨਾ ਪੂਰੀ ਜ਼ਰੂਰ ਕਰ ਦਿੰਦੇ। ਤੁਸੀਂ ਚਾਹੁੰਦੇ ਹੋ ਵੀ ਅਸੀਂ ਇਹਦੇ ਚੋਂ ਖਾਈਏ ਚਾਵਲ ਭਰ ਜਿੰਨਾ, ਤੁਹਾਡੀ ਇੱਛਾ ਪੂਰੀ ਕਰ ਦਿੰਦੇ ਹਾਂ। ਇੱਕ ਚਾਵਲ ਪਰ ਵਹਿਰ ਨਿਕਾਰੀ ਮਹਾਰਾਜ ਜੀ ਨੇ ਇੱਕ ਚਾਵਲ ਦੇ ਦਾਣੇ ਜਿੰਨਾ
ਉਹਦੇ ਵਿੱਚੋਂ ਉਹ ਪਾਰਾ ਜਿਹੜਾ ਸੀ ਮਾਰਿਆ ਹੋਇਆ ਰਸਾਇਣ ਉਹ ਬਾਹਰ ਕੱਢਿਆ। ਉਪਰ ਤਰੇ ਪਾਨ ਦ્વੈ ਦੇ ਕੇ ਉਹ ਸਿੱਧਾ ਨਹੀਂ ਖਾਣਾ ਹੁੰਦਾ, ਪਾਨ ਦੇ ਪੱਤਿਆਂ ਵਿੱਚ ਖਾਣਾ ਹੁੰਦਾ ਹੈ। ਉੱਤੇ ਤੇ ਥੱਲੇ ਦੋ ਪਾਨ ਦੇ ਪੱਤਿਆਂ ਦੇ ਵਿੱਚ ਲਪੇਟ ਕੇ ਕਰਿਓ ਖਾਨ ਸਤਿਗੁਰ ਕਰ ਲੈ ਕੇ ਉਹ ਮਹਾਰਾਜ ਜੀ ਨੇ ਛਕ ਲਿਆ, ਖਾ ਲਿਆ। ਪੁਨ ਬਿਲ ਅੰਮ੍ਰਿਤ ਸਰ ਮੈਂ ਗੇਰਾ ਉਹ ਜਿਹੜੀ ਬਿੱਲ ਸੀ ਭਰੀ ਹੋਈ ਮਹਾਰਾਜ ਜੀ ਨੇ ਅੰਮ੍ਰਿਤਸਰ ਸਰੋਵਰ ਵਿੱਚ ਛੱਡ ਦਿੱਤੀ। ਕਹਿੰਦੇ ਲਿਓ ਵੀ ਇਹ ਵੀ ਇੱਥੇ ਪਵਿੱਤਰ ਹੋ ਗਈ ਤੁਹਾਡੀ। ਕਰ ਮੁਰਾਤਬਾ ਤਿਨੇ ਉਚੇਰਾ ਬੜਾ ਉੱਚਾ ਮੁਰਾਤਬਾ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਆ। ਅਤ ਸਮੀਪ ਆਪਣੇ ਕਰ ਲੀਨ ਔਰ ਇਹਨਾਂ ਸਿੱਖਾਂ ਨੂੰ ਆਪਣੇ ਅੱਤ ਦੇ ਸਮੀਪ ਕਰ ਲਿਆ, ਭਾਈ ਜੈਤ ਤੇ ਭਾਈ ਸ਼ਿੰਗਾਰੂ ਨੂੰ। ਬਖਸ਼ੀ ਸ਼ਕਤ ਮਹਾ ਬਲ ਕੀਨ ਬੜੀ ਮਹਾਨ ਸ਼ਕਤੀ ਬਖਸ਼ ਕੇ ਇਹਨਾਂ ਨੂੰ ਬਲਵਾਨ ਬਣਾਇਆ। ਪਰੇ ਜਹਾਂ ਤੁਰਕਨ ਸੰਗਰਾਮੋ ਖਾਲਸਾ ਜੀ ਜਦੋਂ ਆਉਣ ਵਾਲੇ ਸਮੇਂ 'ਚ ਜੰਗਾਂ ਦੀ ਕਥਾ ਆਉਣੀ, ਉਹਦੇ ਵਿੱਚ ਇਹ ਲੜਦੇ ਰਹੇ, ਬੜੇ ਸੂਰਮੇ ਬਹਾਦਰ ਬਣ ਕੇ ਤੁਰਕਾਂ ਨਾਲ ਲੜੇ। ਤੈਂ ਤੈਂ ਕਰੇ ਬੜੇ ਤਿਨ ਕਾਮੋ ਵੱਡੇ ਵੱਡੇ ਕੰਮ ਇਹਨਾਂ ਸੂਰਮਿਆਂ ਨੇ ਕੀਤੇ। ਦੋਹਰਾ ਜੈਤਾ ਨੰਦਾ ਸਿੱਖ ਦ્વੈ ਸੰਗ ਪਿਰਾਗਾ ਹੋਏ। ਭਾਈ ਜੈਤਾਨੰਦ ਜੀ ਔਰ ਭਾਈ ਪਿਰਾਗਾ ਜੀ ਸ਼੍ਰੀ ਅਰਜਨ ਕੇ ਚਰਨ ਟਿਕ ਆਏ ਨਿਵੇਂ ਤ੍ਰੈ ਸੋਏ। ਇਹ ਆ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ 'ਚ ਨਿਵੇਂ ਨੇ। ਇਹਨਾਂ ਦੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਅਡੋਲਾ ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਰਬੱਤ ਸੰਗਤ ਨੂੰ ਵਧਾਈਆਂ। ਵਾਹਿਗੁਰੂ 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 ਵਾਹਿਗੁਰੂ